ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ YouTube ਚੈਨਲ ਅਕਾਲ ਆਡੀਓ ਬੁੱਕਸ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ। ਅੱਜ ਕਰਾਂਗੇ ਚੌਥੇ ਅਧਿਆਏ ਦੀ ਸ਼ੁਰੂਆਤ, ਜਿਸ ਦਾ ਨਾਮ ਹੈ ਮਾਰਟਨ ਲੂਥਰ ਤੇ ਗੁਰੂ ਨਾਨਕ। ਜੇਕਰ ਪਿਛਲੇ ਅਧਿਆਏ ਦੀ ਗੱਲ ਕਰੀਏ ਤਾਂ ਪਿਛਲੇ ਅਧਿਆਏ ਵਿੱਚ ਲੇਖਕ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਸਮੇਂ ਦੇ ਹਾਲਾਤ ਅਤੇ ਉਸ ਤੋਂ ਪਹਿਲਾਂ ਦੇ ਹਾਲਾਤਾਂ ਤੇ ਇੱਕ ਝਾਤ ਪਾਈ ਸੀ ਕਿ ਕਿਸ ਤਰ੍ਹਾਂ ਅਨਿਆਏ ਜ਼ਬਰ ਜ਼ੁਲਮ ਦਾ ਬੋਲਬਾਲਾ ਸੀ। ਤੇ ਹੁਣ ਸ਼ੁਰੂਆਤ ਕਰਦੇ ਹਾਂ ਚੌਥਾ ਅਧਿਆਏ, ਜਿਸ ਦਾ ਨਾਮ ਹੈ ਮਾਰਟਨ ਲੂਥਰ ਤੇ ਗੁਰੂ ਨਾਨਕ। ਕੁਝ ਦਿਨ ਹੋਏ ਇੱਕ ਸਪਤਾਹਿਕ ਪੱਤਰ ਦੇ ਵਿੱਚ ਕੈਨੇਡਾ ਦੇ ਇੱਕ ਦੈਨਿਕ ਅਖਬਾਰ ਵਿੱਚ ਛਪਿਆ ਲੇਖ ਛਾਪਿਆ ਗਿਆ ਸੀ, ਜਿਸ ਵਿੱਚ ਕੈਨੇਡਾ ਦੇ ਕਿਸੇ ਵਿਸ਼ਵ ਵਿਦਿਆਲੇ ਵਿੱਚ ਪੜ੍ਹ ਰਹੇ ਇੱਕ ਵਿਦਿਆਰਥੀ ਦੀ ਉਸ ਅਖਬਾਰ ਦੇ ਪੱਤਰ ਪ੍ਰੇਰਕ ਨਾਲ ਸਿੱਖ ਮਤ ਬਾਰੇ ਹੋਈ ਗੱਲਬਾਤ ਦਾ ਵਿਸਥਾਰ ਦਿੱਤਾ ਹੋਇਆ ਸੀ। ਸਿੱਖ ਮਤ ਬਾਰੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਉਸ ਸਿੱਖ ਵਿਦਿਆਰਥੀ ਨੇ ਕਿਹਾ ਕਿ ਸਿੱਖ ਮਤ ਦਾ ਸੰਬੰਧ ਹਿੰਦੂ ਮਤ ਨਾਲ ਇਉਂ ਸਮਝੋ ਜਿਵੇਂ ਕਿ ਈਸਾਈ ਮਤ ਵਿੱਚ ਰੋਮਨ ਕੈਥੋਲਿਕ ਮਤ ਅਤੇ ਪ੍ਰੋਟੈਸਟੈਂਟ ਮਤ ਦਾ ਸੰਬੰਧ ਹੈ। ਗੁਰੂ ਨਾਨਕ ਸਾਹਿਬ ਸਿੱਖ ਮਤ ਦੇ ਨਿਰਮਾਤਾ ਮਾਰਟਨ ਲੂਥਰ ਦੇ ਸਮਕਾਲੀ ਹੀ ਸਨ। ਇਹ ਭੁਲੇਖਾ ਪਾਉ ਵਿਚਾਰ ਸਿੱਖ ਮਤ ਬਾਰੇ ਕੇਵਲ ਇਸ ਸਿੱਖ ਵਿਦਿਆਰਥੀ ਦੇ ਹੀ ਨਹੀਂ ਹਨ, ਸਗੋਂ ਅੰਗਰੇਜ਼ੀ ਪੜ੍ਹੇ ਲਿਖੇ ਢੇਰ ਲੋਕਾਂ ਦੇ ਐਸੇ ਹੀ ਵਿਚਾਰ ਹਨ। ਕਨਿੰਗਮ ਨੇ 100 ਕੁ ਸਾਲ ਹੋਇਆ ਪਹਿਲੋਂ ਪਹਿਲ ਇਹ ਵਿਚਾਰ ਪ੍ਰਗਟ ਕੀਤੇ ਸਨ ਅਤੇ ਇਹਨਾਂ ਵਿਚਾਰਾਂ ਨੂੰ ਬਿਨਾਂ ਵਿਸ਼ਲੇਸ਼ਣ ਕੀਤਿਆਂ ਹੀ ਬਗੈਰ ਸਵਤੰਤਰ ਪੜਤਾਲ ਤੋਂ ਪੱਛਮੀ ਵਿਦਿਆ ਪੜ੍ਹੇ ਹੋਏ ਲੋਕਾਂ ਨੇ ਅਪਣਾ ਲਿਆ ਹੈ। ਅਸਲ ਵਿੱਚ ਗੁਰੂ ਸਾਹਿਬਾਨ ਤੇ ਗੁਰੂ ਨਾਨਕ ਦੀ ਆਪਣੀ ਬਾਣੀ ਇਸ ਅਤੇ ਹੋਰ ਅਜਿਹੇ ਵਿਚਾਰਾਂ ਦਾ ਭਰਪੂਰ ਵਿਰੋਧ ਕਰਦੀ ਹੈ ਅਤੇ ਵਾਸਤਵ ਦੇ ਵਿੱਚ ਹੈ ਵੀ ਇਉਂ ਹੀ ਕਿ ਗੁਰੂ ਨਾਨਕ ਦੇ ਨਿਰਮਿਤ ਕੀਤੇ ਹੋਏ ਸਿੱਖ ਮਤ ਅਤੇ ਹਿੰਦੂ ਸਨਾਤਨ ਧਰਮ ਦਾ ਉਹ ਸੰਬੰਧ ਉੱਕਾ ਨਹੀਂ ਹੈ ਜੋ ਕਿ ਰੋਮਨ ਕੈਥੋਲਿਕ ਈਸਾਈ ਮਤ ਅਤੇ ਪ੍ਰੋਟੈਸਟੈਂਟ ਈਸਾਈ ਮਤ ਦਾ ਹੈ। ਇਸ ਵਿਚਾਰਧਾਰਾ ਦੇ ਪਿੱਛੇ ਕੇਵਲ ਸੱਚਾਈ ਇਤਨੀ ਹੀ ਹੈ ਕਿ ਪਹਿਲਾ ਮਾਰਟਨ ਲੂਥਰ ਅਤੇ ਗੁਰੂ ਨਾਨਕ ਦੋਨੋਂ 16ਵੀਂ ਸਦੀ ਈਸਾਈ ਵਿੱਚ ਹੋਏ ਹਨ। ਪਹਿਲਾ ਮਾਰਟਨ ਲੂਥਰ ਤੇ ਗੁਰੂ ਨਾਨਕ ਦੋਨੋਂ 16ਵੀਂ ਸਦੀ ਈਸਵੀ ਵਿੱਚ ਹੋਏ ਹਨ। ਦੂਜਾ, ਮਾਰਟਨ ਲੂਥਰ ਨੇ ਈਸਾਈ ਮਤ ਦੀ ਜੋ ਵਿਆਖਿਆ ਰੋਮਾਤੀਸ ਮਹਾਮੰਤ ਪੋਪ ਅਤੇ ਉਸ ਦੇ ਪਾਦਰੀ ਕਰਦੇ ਸਨ, ਉਸ ਵਿਆਖਿਆ ਅਤੇ ਉਸ ਉੱਤੇ ਨਿਰਭਰ ਕੁਝ ਪ੍ਰਚਲਿਤ ਰੋਹ ਰੀਤਾਂ ਦਾ ਖੰਡਨ ਅਤੇ ਵਿਰੋਧ ਕੀਤਾ ਸੀ ਅਤੇ ਗੁਰੂ ਨਾਨਕ ਨੇ ਜੋ ਵਿਸ਼ਵ ਧਰਮ ਪ੍ਰਚਾਰ ਨਿਰਮਿਤ ਕੀਤਾ ਹੈ ਉਸ ਦੁਆਰਾ ਵੀ ਹਿੰਦੂ ਮਤ ਦੇ ਕੁਝ ਪ੍ਰਚਲਿਤ ਵਿਸ਼ਵਾਸਾਂ ਅਤੇ ਰੋਹ ਰੀਤਾਂ ਦਾ ਨਿਰੋਧ ਹੁੰਦਾ ਹੈ, ਜਿਸ ਤੋਂ ਕਿ ਇਹ ਭੁਲੇਖਾ ਸਧਾਰਨ ਹੀ ਲੱਗ ਜਾਂਦਾ ਹੈ ਕਿ ਗੁਰੂ ਨਾਨਕ ਦਾ ਉਪਦੇਸ਼ ਤੇ ਵਿਚਾਰ ਇਸ ਖੰਡਨ ਅਤੇ ਨਿਰੋਧ ਪਰ ਹੀ ਸੀਮਿਤ ਹਨ। ਇਉਂ ਇਸ ਭੁਲੇਖੇ ਦੀ ਨੀਂਹ ਵੱਜੀ ਕਿ ਗੁਰੂ ਨਾਨਕ ਦੀ ਪਦਵੀ ਅਤੇ ਉਦੇਸ਼ ਉਹ ਹੈ ਜੋ ਕਿ ਮਾਰਟਨ ਲੂਥਰ ਦਾ ਸੀ। ਇਸੇ ਪ੍ਰਕਾਰ ਦੇ ਦੋ ਭੁਲੇਖੇ ਜੋ ਸਿਧਾਂਤਕ ਤੌਰ ਉੱਤੇ ਗਲਤ ਅਤੇ ਅਗਿਆਨ ਆਸ਼ਿਤ ਹਨ, ਹੋਰ ਵੀ ਹਨ ਜੋ ਕਿ ਸਿੱਖਾਂ ਅਤੇ ਅਸਿੱਖਾਂ ਦੋਹਾਂ ਵਿੱਚ ਪ੍ਰਚਲਿਤ ਹਨ। ਉਹ ਹਨ, ਪਹਿਲਾ, ਸਿੱਖ ਮਤ ਪ੍ਰਾਚੀਨ ਹਿੰਦੂ ਸਨਾਤਨ ਮਤ ਦਾ ਹੀ ਸੰਸ਼ੋਧਿਤ ਅਤੇ ਸ਼ੁੱਧ ਰੂਪ ਹੈ। ਦੂਜਾ, ਗੁਰੂ ਨਾਨਕ ਦਾ ਪ੍ਰਚਾਰਿਆ ਸਿੱਖ ਮਤ ਭਾਰਤ ਦੇ ਮੱਧਕਾਲੀਨ ਭਗਤੀ ਸ਼ਰਾਬ ਅਥਵਾ ਲਹਿਰ ਦਾ ਪ੍ਰਣਾਮ ਜਾਂ ਸ਼ੱਕ ਹੈ। ਇਹ ਦੋਨੋਂ ਵਿਚਾਰ ਵੀ ਐਵੇਂ ਬਿਨਾਂ ਪੜਤਾਲ ਪੜਚੋਲ ਕੀਤਿਆਂ ਦੇ ਹੀ ਸਵੀਕਾਰ ਕਰ ਲਏ ਗਏ ਹਨ, ਪਰ ਅਸਲ ਵਿੱਚ ਨਿਰਆਧਾਰ ਹਨ। ਇਹਨਾਂ ਦੋਹਾਂ ਵਿਚਾਰਧਾਰਾ ਦੀ ਪੜਤਾਲ ਸਮੀਖਿਆ ਕਿਸੇ ਹੋਰ ਸਮੇਂ ਲਈ ਮੁਲਤਵੀ ਕਰਕੇ ਇਸ ਨੋਟ ਵਿੱਚ ਕੇਵਲ ਇਤਨਾ ਵਿਚਾਰ ਹੀ ਕੀਤਾ ਜਾਵੇ ਕਿ ਕੀ ਗੁਰੂ ਨਾਨਕ ਦਾ ਪਦ ਅਤੇ ਸੰਬੰਧ ਸਨਾਤਨ ਹਿੰਦੂ ਮਤ ਨਾਲ ਉਹ ਹੈ ਜਾਂ ਉਹ ਜਿਹਾ ਹੈ
ਜੋ ਮਾਰਟਨ ਲੂਥਰ ਦਾ ਈਸਾਈ ਮਤ ਨਾਲ ਹੈ। ਮਾਰਟਨ ਲੂਥਰ ਕੌਣ ਸੀ ਅਤੇ ਉਸਦੇ ਵਿਚਾਰ ਉਪਦੇਸ਼ ਕੀ ਸਨ? ਉਸ ਦਾ ਅਤੇ ਇਹਨਾਂ ਦਾ ਗੁਰੂ ਨਾਨਕ ਅਤੇ ਉਸਦੇ ਉਪਦੇਸ਼ਾਂ ਨਾਲੋਂ ਕੀ ਅੰਤਰ ਹੈ? ਮਾਰਟਨ ਲੂਥਰ 1483 ਤੋਂ 1546 ਈਸਵੀ ਜਰਮਨੀ ਦੇ ਇਸ ਲੀਥੀਨ ਨਾਮੀ ਪਿੰਡ ਵਿੱਚ ਇੱਕ ਸਧਾਰਨ ਕਿਰਸਾਨ ਦੇ ਘਰ ਜੰਮਿਆ। ਲੂਥਰ ਅਜੇ 3-4 ਵਰ੍ਹਿਆਂ ਦਾ ਹੋਇਆ ਸੀ ਕਿ ਉਸਦਾ ਪਰਿਵਾਰ ਇੱਕ ਲਾਗੇ ਦੇ ਸ਼ਹਿਰ ਮਨਸਫੀਲਡ ਵਿੱਚ ਜਾ ਵਸਿਆ ਅਤੇ ਉੱਥੇ ਹੀ ਮਾਰਟਨ ਲੂਥਰ ਨੇ ਆਪਣਾ ਬਚਪਨ ਬਿਤਾਇਆ ਅਤੇ ਆਰੰਭਿਕ ਵਿੱਦਿਆ ਪ੍ਰਾਪਤ ਕੀਤੀ। ਇੱਥੇ ਹੀ ਮਾਰਟਨ ਲੂਥਰ ਨੇ ਈਸਾਈ ਜਨਤਾ ਦੇ ਯੂਰਪ ਦੇ ਵਿੱਚ ਉਸ ਸਮੇਂ ਦੇ ਜੋ ਪ੍ਰਚਲਿਤ ਵਿਚਾਰ ਸਨ ਉਹ ਗ੍ਰਹਿਣ ਕੀਤੇ ਅਤੇ ਉਹਨਾਂ ਵਿਚਾਰਾਂ ਦੇ ਅਧੀਨ ਤੇ ਪ੍ਰਭਾਵ ਹੇਠਾਂ ਹੀ ਮਾਰਟਨ ਲੂਥਰ ਦੀ ਵਿਚਾਰਧਾਰਾ ਤੇ ਕਾਰਜ ਖੇਤਰ ਆਯੂ ਪਰਯੰਤ ਰਿਹਾ। ਉਹ ਵਿਚਾਰਧਾਰਾ ਜਾਂ ਵਿਸ਼ਵਾਸ ਪ੍ਰਥਾ ਕੁਝ ਇਉਂ ਸੀ। ਊੜਾ ਜਰਮਨੀ ਦਾ ਮਹਾਰਾਜਾ ਸਿਰਾਜ ਤੁਰਕਾਂ ਤੋਂ ਆਪਣੀ ਪ੍ਰਜਾ ਨੂੰ ਬਚਾਉਂਦਾ ਹੈ ਅਤੇ ਉਸ ਦੀ ਰੱਖਿਆ ਕਰਦਾ ਹੈ। ਐੜਾ ਰੋਮ ਦਾ ਸ਼੍ਰੀ ਮਹੰਤ ਪਾਦਰੀ ਪੋਪ ਈਸਾਈ ਪੰਥ ਦਾ ਪਿਤਾ ਅਤੇ ਵਾਲੀ ਹੈ ਅਤੇ ਉਸ ਨੂੰ ਉਹ ਅਧਿਕਾਰ ਹਨ ਜੋ ਪਿਤਾ ਨੂੰ ਆਪਣੇ ਪਰਿਵਾਰ ਉੱਤੇ ਪ੍ਰਾਪਤ ਹੁੰਦੇ ਹਨ। ਮਾਰਟਨ ਲੂਥਰ ਨੇ ਈਸਾਈ ਮਤ ਦੇ ਜਿਨ੍ਹਾਂ ਸਿਧਾਂਤਾਂ ਦੀ ਵਿਆਖਿਆ ਨਵੇਂ ਸਿਰਿਓਂ ਕੀਤੀ ਅਤੇ ਉਸ ਵਿਆਖਿਆ ਦਾ ਜੋ ਪਰਿਣਾਮ ਫਲ ਈਸਾਈ ਪੰਥ ਨੂੰ ਭੂਕੰਪ ਸਮਾਨ ਹਿਲਾ ਕੇ ਦੋ ਸੰਪਰਦਾਵਾਂ ਵਿੱਚ ਖਿਲ ਕਰ ਗਿਆ, ਉਸ ਦੀ ਭੂਮੀ ਅਤੇ ਉਸ ਦੀ ਖੇਤਰ ਸੀਮਾ, ਇਹ ਦੋ ਉਪਰੋਕਤ ਵਿਚਾਰ ਹੀ ਸਨ ਤੇ ਰਹੇ। ਗੁਰੂ ਨਾਨਕ ਦੇ ਵਿਚਾਰ ਉਪਦੇਸ਼ ਇਤਨੇ ਪ੍ਰਾਗਯ, ਮੌਲਿਕ, ਅਨੂਠੇ ਤੇ ਸਿਧਾਂਤਕ ਹਨ ਕਿ ਰਾਜੇ ਰਾਣਿਆਂ ਜਾਂ ਪੰਡਿਤਾਂ ਸ਼੍ਰੀ ਮਹੰਤਾਂ ਦੇ ਪਦ ਅਧਿਕਾਰਾਂ ਨਾਲ ਉਹਨਾਂ ਦਾ ਕੋਈ ਸਿੱਧਾ ਸੰਬੰਧ ਨਹੀਂ ਤੇ ਇਹ ਇੱਕ ਨੁਕਤਾ ਹੀ ਗੁਰੂ ਨਾਨਕ ਪਦ ਅਤੇ ਮਾਰਟਨ ਲੂਥਰ ਦੀ ਪਦਵੀ ਤੇ ਨਿਖੇੜ ਅੰਤਰੇ ਲਈ ਕਾਫੀ ਹੈ। ਪਿੰਡ ਦੀ ਪਾਠਸ਼ਾਲਾ ਵਿੱਚ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਮਾਰਟਨ ਲੂਥਰ ਮਾਗਦੇਬਰਗ ਸ਼ਹਿਰ ਦੇ ਉਚੇਰੇ ਸਕੂਲ ਵਿੱਚ ਜਾ ਪੜ੍ਹਨੇ ਪਾਇਆ ਅਤੇ ਉਸ ਤੋਂ ਪਿੱਛੋਂ ਆਈਸਨਕ ਦੀ ਪ੍ਰਸਿੱਧ ਪਾਠਸ਼ਾਲਾ ਦਾ ਜਾ ਕੇ ਵਿਦਿਆਰਥੀ ਬਣਿਆ। ਇੱਥੇ 3 ਸਾਲ ਰਹਿ ਤੇ ਪੜ੍ਹ ਕੇ ਮਾਰਟਨ ਲੂਥਰ ਅਰਫਰਟ ਦੇ ਵਿਸ਼ਵ ਵਿਦਿਆਲੇ ਵਿੱਚ ਜਾ ਦਾਖਲ ਹੋਇਆ। ਉਸ ਸਮੇਂ ਸਨ 1521 ਈਸਵੀ ਵਿੱਚ ਇਹ ਵਿਸ਼ਵ ਵਿਦਿਆਲਿਆ ਜਰਮਨੀ ਅਤੇ ਸਾਰੇ ਯੂਰਪ ਦੇ ਵਿੱਚ ਪ੍ਰਸਿੱਧ ਅਤੇ ਮਾਨੇਵਰ ਵਿਸ਼ਵ ਵਿਦਿਆਲਾ ਸੀ। ਉੱਥੇ ਮਾਰਟਨ ਲੂਥਰ ਨੇ ਅੰਜੀਲ ਭਾਸ਼ਿਆ ਅਤੇ ਅੰਜੀਲ ਮੀਮਾਂਸਾ ਉੱਤੇ ਬਹੁਤ ਕੁਝ ਪੜ੍ਹਿਆ ਸੁਣਿਆ, ਪਰ ਉਸ ਦੀਆਂ ਮਨੋਵਿਰਤੀਆਂ ਅਤੇ ਉਸ ਦਾ ਮਾਨਸਿਕ ਝੁਕਾਅ ਇਸ ਪਾਸੇ ਨਹੀਂ ਸੀ ਕਿ ਸੁਦਰਸ਼ਨ ਦ੍ਰਿਸ਼ਟੀ ਜਾਂ ਸ਼ੁੱਧ ਸਿਧਾਂਤ ਕੀ ਹੈ, ਸਗੋਂ ਇਸ ਪਾਸੇ ਸੀ ਕਿ ਕਿਹੜੇ ਸਿਧਾਂਤ ਦੀ ਕਿਹੜੀ ਵਿਆਖਿਆ ਦਾ ਈਸਾਈਆਂ ਦੇ ਨੀਤਾ ਪ੍ਰਤੀ ਦੀਆਂ ਰੋਹ ਰੀਤਾਂ ਦੇ ਖੇਤਰ ਵਿੱਚ ਕੀ ਸਿੱਟਾ ਨਿਕਲਦਾ ਹੈ ਤੇ ਕੀ ਪ੍ਰਭਾਵ ਪੈਂਦਾ ਹੈ। ਉਸਨੇ ਪੰਚਨਵਟੀ ਅਨੁਕਰਮਣ ਜੋ ਕਿ ਪ੍ਰੋਟੈਸਟੈਂਟ ਸੰਪਰਦਾ ਦੀ ਬੁਨਿਆਦ ਅਤੇ ਆਰੰਭ ਹਨ ਦਾ ਵਿਸ਼ਾ ਵੀ ਬੁਨਿਆਦੀ ਤੌਰ ਉਤੇ ਇਹੋ ਨੀਤਾ ਪ੍ਰਤੀ ਦੀਆਂ ਰੋਹ ਰੀਤਾਂ ਤੇ ਕਰਮਕਾਂਡ ਹੀ ਹਨ। ਇਉਂ ਵਿਚਾਰਿਆ ਵੀ ਗੁਰੂ ਨਾਨਕ ਦੇ ਪਦ ਤੇ ਵਿਚਾਰਾਂ ਦਾ ਨਿਖੇੜ ਅਤੇ ਅੰਤਰਾ ਮਾਰਟਨ ਲੂਥਰ ਨਾਲੋਂ ਸਪਸ਼ਟ ਦ੍ਰਿਸ਼ਟੀਗੋਚਰ ਹੋ ਆਉਂਦਾ ਹੈ। ਯੂਰਪ ਦੇ ਵਿੱਚ ਈਸਾਈ ਮਤ ਦੇ ਘੇਰੇ ਅੰਦਰ ਮਾਰਟਨ ਲੂਥਰ 16ਵੀਂ ਸ਼ਤਾਬਦੀ ਈਸਵੀ ਦਾ ਇੱਕ ਮਹਾਨ ਅਨੁਭਵੀ ਧਾਰਮਿਕ ਨੇਤਾ ਹੋਇਆ, ਪਰ ਉਸਨੇ ਨਾ ਤਾਂ ਕਿਸੇ ਨਵੇਂ ਧਰਮ ਨੂੰ ਨਿਰਮਿਤ ਕਰਨ ਦਾ ਦਾਅਵਾ ਹੀ ਕੀਤਾ ਹੈ ਅਤੇ ਨਾ ਹੀ ਉਸਨੇ ਕਿਸੇ ਐਸੀ ਵਿਚਾਰਧਾਰਾ ਨੂੰ ਜਨਮ ਦਿੱਤਾ ਹੈ ਜੋ ਕਿ ਪਹਿਲਾਂ ਹੀ ਪ੍ਰਚਲਿਤ ਨਹੀਂ ਹੋ ਚੁੱਕੀ ਸੀ। ਮਾਰਟਨ ਲੂਥਰ ਦਾ ਕੇਵਲ ਉਹਨਾਂ ਵਿਚਾਰਾਂ ਦਾ ਚਿੰਨ੍ਹ ਅਤੇ ਨੇਤਾ ਬਣਿਆ ਜਿਹੜੇ ਕਿ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਤੋਂ ਯੂਰਪ ਦੀ ਜਨਤਾ ਦੇ ਵਿੱਚ ਪ੍ਰਚਲਿਤ ਅਤੇ ਪ੍ਰਿਯ ਹੋ ਚੁੱਕੇ ਹਨ। ਇਸ ਨੁਕਤੇ ਤੋਂ ਵੀ ਗੁਰੂ ਨਾਨਕ ਦੀ ਵਿਲੱਖਣਤਾ ਮਾਰਟਨ ਲੂਥਰ ਨਾਲੋਂ ਸਪਸ਼ਟ ਹੈ। ਉਹ ਜਿਹੜੇ ਵਿਚਾਰ ਸਨ ਜਿਨ੍ਹਾਂ ਦਾ ਕਿ ਮਾਰਟਨ ਲੂਥਰ ਸੰਕੇਤ ਤੇ ਨੇਤਾ ਬਣ ਗਿਆ। ਜੇ ਯੂਰਪ ਦੀ ਉਹਨਾਂ ਸ਼ਤਾਬਦੀਆਂ ਦੀ ਤਵਾਰੀਖ ਨੂੰ ਗਹੁ ਨਾਲ ਵਿਚਾਰੀਏ ਤਾਂ ਉਸ ਧੁੰਦਲੇ ਸਮੇਂ ਦੇ ਵਿੱਚੋਂ ਇਹ ਸਪਸ਼ਟ ਦਿਸ ਆਉਂਦਾ ਹੈ ਕਿ ਉਦੋਂ ਪਿਛਲੇਰੀਆਂ ਸਦੀਆਂ ਤੋਂ ਲੈ ਕੇ ਜਨ ਸਧਾਰਨ ਈਸਾਈ ਆਪਣੇ ਬੱਚਿਆਂ ਨੂੰ ਈਸਾਈ ਮਤ ਦੇ ਬੁਨਿਆਦੀ ਉਪਦੇਸ਼ਾਂ ਦੀ ਸੂਝ-ਬੂਝ ਆਪਣੀ ਮਾਤਰੀ ਭਾਸ਼ਾ ਵਿੱਚ ਹੀ ਦਿੜਾਉਂਦੇ ਸਨ।
ਜਿਵੇਂ ਕਿ ਈਸ਼ਵਰੀ ਪ੍ਰਾਰਥਨਾ, ਲੋਰਡਸ ਪ੍ਰੇਅਰ ਅਤੇ 10 ਧਰਮ ਸਿਧਾਂਤ। ਇਹੋ ਮੂਲ ਲੱਖਣ ਮਾਰਟਨ ਲੂਥਰ ਨੂੰ ਨੇਤਾ ਮੰਨ ਕੇ ਚਲੀ ਹੋਈ ਪ੍ਰੋਟੈਸਟੈਂਟ ਸੰਪਰਦਾ ਦਾ ਹੈ। 15ਵੀਂ ਸ਼ਤਾਬਦੀ ਈਸਵੀ ਵਿੱਚ ਸਾਰੇ ਯੂਰਪ ਵਿੱਚ ਧਾਰਮਿਕ ਜਜ਼ਬਿਆਂ ਦਾ ਪੁਨਰਉੱਥਾਨ ਜ਼ੋਰਾਂ ਉੱਤੇ ਸੀ, ਜਿਸ ਦੇ ਕੁਝ ਸਪਸ਼ਟ ਕਾਰਨ ਸਨ। ਸਾਰੇ ਯੂਰਪ ਵਿੱਚ ਮਹਾਮਾਰੀ ਦਾ ਰੋਗ ਸਥਾਈ ਰੂਪ ਵਿੱਚ ਫੈਲਿਆ ਹੋਇਆ ਸੀ ਅਤੇ ਇਉਂ ਮ੍ਰਿਤੂ ਭੈ ਹਰ ਸਮੇਂ ਲੋਕਾਂ ਦੇ ਮਨਾਂ ਨੂੰ ਭੈਭੀਤ ਕਰ ਰਿਹਾ ਸੀ। ਤੁਰਕਾਂ ਦੀ ਯੂਰਪ ਨੂੰ ਪਰਾਜੈ ਕਰਨ ਦੀ ਸੰਭਾਵਨਾ ਵੀ ਸਥਾਈ ਰੂਪ ਵਿੱਚ ਬੜੇ ਚਿਰ ਤੋਂ ਬਣੀ ਹੋਈ ਰਹਿੰਦੀ ਸੀ ਅਤੇ ਇਉਂ ਯੂਰਪ ਦੀ ਭੈਭੀਤ ਅਤੇ ਤਰਾਸਮਾਨ ਜਨਤਾ ਧਾਰਮਿਕ ਵਿਸ਼ਵਾਸਾਂ ਵਹਿਮ ਨੂੰ ਆਪਣੇ ਜੀਵਨ ਦਾ ਵੱਧ ਤੋਂ ਵੱਧ ਆਧਾਰ ਬਣਾ ਰਹੀ ਸੀ ਅਤੇ ਇਸ ਕਰਕੇ ਧਾਰਮਿਕ ਜਜ਼ਬਿਆਂ ਦੀ ਉਤੇਜਨਾ ਵੱਧ ਰਹੀ ਸੀ, ਜਿਹੜੀ ਪ੍ਰੋਟੈਸਟੈਂਟ ਸੰਪਰਦਾ ਮਾਰਟਨ ਲੂਥਰ ਦੀ ਜਥੇਦਾਰੀ ਹੇਠਾਂ 16ਵੀਂ ਸ਼ਤਾਬਦੀ ਵਿੱਚ ਯੂਰਪ ਵਿੱਚ ਚੱਲੀ। ਉਸ ਦੀ ਚਾਲਕ ਸ਼ਕਤੀ ਇਹੋ ਧਾਰਮਿਕ ਜਜ਼ਬਿਆਂ ਦੀ ਹੀ ਉਤੇਜਨਾ ਹੀ ਸੀ, ਜਿਸ ਦੀਆਂ ਜੜ੍ਹਾਂ ਇਹਨਾਂ ਬਾਹਰਲੇ ਰਾਜਸੀ ਅਤੇ ਸਮਾਜਿਕ ਕਾਰਨਾਂ ਵਿੱਚ ਸਥਿਤ ਸਨ। ਗੁਰੂ ਨਾਨਕ ਦੇ ਨਿਰਮਿਤ ਕੀਤੇ ਹੋਏ ਧਰਮ ਅਤੇ ਉਸਦੇ ਵਿਕਾਸ ਦੇ ਐਸੇ ਕਾਰਨ ਜਾਂ ਵਾਤਾਵਰਣ ਉੱਕਾ ਨਹੀਂ ਸਨ ਅਤੇ ਇਉਂ ਵੀ ਗੁਰੂ ਨਾਨਕ ਦੇ ਪਦ ਦਾ ਵਿਸ਼ਲੇਸ਼ਣ ਨਿਖੇੜਾ ਮਾਰਟਨ ਲੂਥਰ ਨਾਲੋਂ ਸਪਸ਼ਟ ਹੋ ਜਾਂਦਾ ਹੈ। ਮਾਰਟਨ ਲੂਥਰ ਤੋਂ 1-2 ਸਦੀਆਂ ਪਹਿਲਾਂ ਦੇ ਮੱਧ ਯੂਰਪ ਅਤੇ ਖਾਸ ਕਰਕੇ ਜਰਮਨੀ ਦੇ ਸਮਾਜਿਕ ਇਤਿਹਾਸ ਉੱਤੇ ਜੇ ਰਤਾ ਡੂੰਗੀ ਨਜ਼ਰ ਮਾਰੀਏ ਤਾਂ ਇੱਕ ਹੋਰ ਧਾਰਮਿਕ ਪ੍ਰਵਿਰਤੀ ਉਸ ਸਮੇਂ ਜਨ ਸਧਾਰਨ ਦੇ ਵਿੱਚ ਪ੍ਰਚਲਿਤ ਦਿਸ ਹੁੰਦੀ ਹੈ। ਲੋਕਾਂ ਵਿੱਚ ਅਜਿਹੇ ਵਿਚਾਰ ਸਪਸ਼ਟ ਉੱਭਰ ਰਹੇ ਸਨ ਕਿ ਧਰਮ ਕਿਰਿਆ ਅਤੇ ਧਰਮ ਕਾਰਜਾਂ ਦੇ ਕੁਝ ਖੇਤਰਾਂ ਉੱਤੇ ਜਨਤਾ ਦਾ ਸਿੱਧਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਸ਼੍ਰੀ ਮਹੰਤ ਪੋਪ ਅਤੇ ਉਸਦੇ ਨਿਯਤ ਕੀਤੇ ਹੋਏ ਪਾਦਰੀਆਂ ਦੀ ਸਰਬਰਾਹੀ ਦੀ ਉੱਥੇ ਲੋੜ ਨਹੀਂ ਹੋਣੀ ਚਾਹੀਦੀ। ਇਹ ਪ੍ਰੋਹਿਤ ਵਿਦਰੋਹੀ ਜਜ਼ਬਾ ਮਾਰਟਨ ਲੂਥਰ ਦੇ ਜਨਮ ਤੋਂ ਚਿਰੋਕਾ ਪਹਿਲਾਂ ਲੋਕਾਂ ਦੇ ਖਿਆਲਾਂ ਵਿੱਚ ਹੀ ਨਹੀਂ ਸਗੋਂ ਪ੍ਰਤੱਖ ਅਤੇ ਯਥਾਰਥ ਰੂਪ ਵਿੱਚ ਪ੍ਰਗਟ ਅਤੇ ਸਵੀਕਾਰ ਹੋ ਚੁੱਕਾ ਸੀ। ਮਾਰਟਨ ਲੂਥਰ ਨੇ ਆਪਣੇ ਪ੍ਰਸਿੱਧ ਪੰਚਨਵਟੀ ਅਨੁਕਰਣ ਦੇ ਵਿੱਚ ਜਿਸ ਪ੍ਰੋਹਿਤ ਵਿਧਾਨ ਦੀ ਹਾਮੀ ਭਰੀ ਅਤੇ ਪ੍ਰਚਾਰ ਕੀਤਾ ਹੈ, ਉਹ ਮਾਰਟਨ ਲੂਥਰ ਦੇ ਜਨਮ ਤੋਂ ਪਹਿਲਾਂ ਹੀ ਸਾਕਸਨੀ ਅਤੇ ਬ੍ਰਾਂਡਨਬਰਗ ਦੇ ਰਾਜਾਂ ਵਿੱਚ ਪ੍ਰਚਲਿਤ ਅਤੇ ਪ੍ਰਮਾਣਿਕ ਸੀ, ਜਿਸ ਦੁਆਰਾ ਰਾਜੇ ਅਤੇ ਨਗਰ ਸਭਾਵਾਂ ਮੰਗਤਿਆਂ ਦੇ ਪ੍ਰਬੰਧ ਬਾਰੇ ਅਤੇ ਕੰਮਕਾਜ ਤੋਂ ਛੁੱਟੀਆਂ ਬਾਰੇ ਆਪਣੇ ਨਿਯਮ ਆਪ ਬਣਾਉਂਦੇ ਸਨ ਅਤੇ ਸ਼੍ਰੀ ਮਹੰਤ ਪੋਪ ਦੇ ਨਿਸ਼ਚਿਤ ਕੀਤੇ ਹੋਏ ਕਾਨੂੰਨ ਨਿਯਮਾਂ ਦੀ ਪਾਲਣਾ ਨਹੀਂ ਸਨ ਕਰਦੇ। ਮਾਰਟਨ ਲੂਥਰ ਦੇ ਪ੍ਰੋਹਿਤ ਵਿਧਾਨ ਦੇ ਸਾਰਾਂਸ਼ ਇਹੋ ਹੈ ਕਿ ਲੋਕਾਯੁਕਤ ਰਾਜ ਅਧਿਕਾਰੀ ਬਹੁਤ ਸਾਰੇ ਵਿਸ਼ਿਆਂ ਉੱਤੇ ਆਪਣਾ ਕਾਨੂੰਨ ਸ਼ਾਸਨ ਆਪ ਬਣਾ ਸਕਦੇ ਹਨ, ਬਿਨਾਂ ਸ਼੍ਰੀ ਮਹੰਤ ਪੋਪ ਅਤੇ ਉਸਦੇ ਪਾਦਰੀਆਂ ਦੀ ਸਰਬਰਾਹੀ ਤੇ ਮਨਜ਼ੂਰੀ ਦੇ। ਬਿਨਾਂ ਸ਼੍ਰੀ ਮਹੰਤ ਪੋਪ ਅਤੇ ਉਸਦੇ ਪਾਦਰੀਆਂ ਦੀ ਸਰਬਰਾਹੀ ਅਤੇ ਮਨਜ਼ੂਰੀ ਦੇ ਮਾਰਟਨ ਲੂਥਰ ਦੇ ਪੰਚਨਵਟੀ ਅਨੁਕਰਮਣ ਦੇ ਵਿੱਚ ਸਭ ਨਾਲੋਂ ਵਧੇਰੇ ਇਹ ਗੱਲ ਹੀ ਸੀ, ਜਿਸ ਨੂੰ ਕਿ ਪ੍ਰੋਟੈਸਟੈਂਟ ਸੰਪਰਦਾਇ ਦਾ ਪ੍ਰਚਾਰ ਤੇਜ਼ ਅਤੇ ਝਟਪਟ ਪ੍ਰਬਲ ਕਰ ਦਿੱਤਾ, ਕਿਉਂ ਜੋ ਇਹ ਗੱਲ ਰਾਜਿਆਂ ਰਾਣਿਆਂ ਦੇ ਹਿੱਤ ਤੇ ਲਾਭ ਵਿੱਚ ਸੀ ਕਿ ਰਾਜ ਅਧਿਕਾਰ ਅਤੇ ਰਾਜ ਸ਼ਕਤੀ ਪੋਪ ਅਤੇ ਉਸਦੇ ਚੇਲਿਆਂ ਦੇ ਹੱਥੋਂ ਨਿਕਲ ਕੇ ਉਹਨਾਂ ਦੇ ਹੱਥ ਵਿੱਚ ਆ ਜਾਵੇ ਤੇ ਇਸੇ ਕਾਰਨ ਹੀ ਅੱਧੇ ਯੂਰਪ ਦੇ ਰਾਜੇ ਰਾਣੇ ਝਟਪਟ ਮਾਰਟਨ ਲੂਥਰ ਦੇ ਹਮਾਇਤੀ ਬਣ ਗਏ ਅਤੇ ਪ੍ਰੋਟੈਸਟੈਂਟ ਸੰਪਰਦਾਇ ਦੀ ਸਰਪ੍ਰਸਤੀ ਕਰਨ ਲੱਗ ਪਏ। ਇਉਂ ਇਹ ਸੰਪਰਦਾ ਥੋੜੇ ਚਿਰ ਵਿੱਚ ਹੀ ਯੂਰਪ ਦੇ ਵਧੇਰੇ ਭਾਗ ਦਾ ਰਾਜ ਧਰਮ ਅਤੇ ਲੋਕ ਧਰਮ ਬਣ ਗਈ। ਇਹ ਅੰਤਰ ਵੀ ਗੁਰੂ ਨਾਨਕ ਦੀ ਧਾਰਮਿਕ ਪਦਵੀ ਅਤੇ ਉਹਨਾਂ ਦੇ ਵਿਚਾਰ ਉਪਦੇਸ਼ਾਂ ਨੂੰ ਮਾਰਟਨ ਲੂਥਰ ਨਾਲੋਂ ਪ੍ਰਤੱਖ ਨਿਖੇੜਦਾ ਹੈ ਅਤੇ ਇਹੋ ਕਾਰਨ ਹੈ ਕਿ ਸਿੱਖ ਮਤ ਅਤੇ ਸਿੱਖ ਪੰਥ ਨੂੰ ਜਨਮੋਂ ਉਪਰੰਤ ਰਾਜਸੀ ਕੋਪ ਤੇ ਅਗਿਆਨ ਗ੍ਰਸਤ ਗਵਾਂਡੀਆਂ ਦੇ ਉਪਦਰਵਾਂ ਦੇ ਉਪਜਾਏ ਹੋਏ 100-150 ਸਾਲ ਲੰਬੇ ਮਾਰੂ ਸੰਗਰਾਮਾਂ ਵਿੱਚੋਂ ਲੰਘਣਾ ਪਿਆ ਅਤੇ ਫਿਰ ਕਿਤੇ ਜਾ ਕੇ ਸਿੱਖੀ ਅਤੇ ਸਿੱਖਾਂ ਦੇ ਜੀਵਿਤ ਰਹਿਣ ਦੇ ਅਧਿਕਾਰ ਨੂੰ ਤਸਲੀਮ ਕੀਤਾ ਗਿਆ। ਜਿਨ੍ਹਾਂ ਦਿਨਾਂ ਵਿੱਚ ਲੂਥਰ ਵਿਸ਼ਵ ਵਿਦਿਆਲੇ ਵਿੱਚ ਵਿਦਿਆਰਥੀ ਸੀ, ਉਹਨਾਂ ਦਿਨਾਂ ਵਿੱਚ ਪਾਦਰੀ ਹੀ ਵਿਦਿਆ, ਗਿਆਨ ਅਤੇ ਵਿਗਿਆਨਿਕ ਆਦਿਕ ਦੇ ਭੰਡਾਰੀ ਸਨ।
ਜਿਵੇਂ ਕਿ ਸਾਡੇ ਦੇਸ਼ ਵਿੱਚ ਬ੍ਰਾਹਮਣ ਜਾਤੀ ਹਜ਼ਾਰਾਂ ਵਰ੍ਹੇ ਰਹੀ ਹੈ। ਇਹਨਾਂ ਪਾਦਰੀਆਂ ਦੇ ਵਿੱਚ ਹੀ ਪਾਦਰੀ ਪ੍ਰਥਾ ਦੇ ਵਿਰੁੱਧ ਖਿਆਲ ਉਸ ਸਮੇਂ ਪ੍ਰਤੱਖ ਉਗੰਮ ਰਹੇ ਸਨ ਅਤੇ ਟ੍ਰੈਕਟ ਆਦਿ ਇਸ ਵਿਸ਼ੇ ਉੱਤੇ ਲਿਖ ਕੇ ਵੰਡੇ ਜਾ ਰਹੇ ਸਨ। ਸਮਾਜਦਾਰੀ ਵਿਚਾਰ ਵੀ ਇਉਂ ਹੀ ਉਦੋਂ ਪ੍ਰਚਾਰੇ ਜਾ ਰਹੇ ਸਨ। ਇਸ ਵਾਤਾਵਰਣ ਦਾ ਪ੍ਰਤੀਕਰਮ ਮਾਰਟਨ ਲੂਥਰ ਉੱਤੇ ਇਉਂ ਹੋਇਆ ਕਿ ਉਹ ਈਸਾਈ ਸੰਨਿਆਸੀ ਬਣ ਗਿਆ, ਤਾਂ ਜੋ ਉਹ ਇਸ ਨਵੀਨ ਵਿਚਾਰਧਾਰਾ ਦੇ ਗਿਲਾਨੀ ਪੂਰਤ ਵਾਯੂਮੰਡਲ ਵਿੱਚੋਂ ਬਾਹਰ ਨਿਕਲ ਕੇ ਈਸਾਈ ਮਤ ਦੇ ਕਰਮਕਾਂਡਾਂ ਵਿੱਚ ਅਟੰਗ ਪ੍ਰਵੇਸ਼ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕਰ ਸਕੇ। ਇਉਂ ਕੁਝ ਸਮਾਂ ਇੱਕ ਮੱਠ ਵਿੱਚ ਬਿਤਾ ਕੇ ਮਾਰਟਨ ਲੂਥਰ ਸ਼੍ਰੀ ਮਹੰਤ ਪੋਪ ਦੇ ਵਿਧਾਨ ਅਨੁਸਾਰ ਪਾਦਰੀ ਬਣ ਗਿਆ। ਸ਼੍ਰੀ ਮਹੰਤ ਪੋਪ ਦੇ ਆਪ ਨਿਯੁਕਤ ਕੀਤੇ ਹੋਏ ਪਾਦਰੀ ਦੀ ਹੈਸੀਅਤ ਵਿੱਚ ਹੀ ਮਾਰਟਨ ਲੂਥਰ ਨੇ ਪੋਪ ਦੇ ਵਿਧਾਨ ਕੀਤੇ ਹੋਏ ਅਨੁਸ਼ਠਾਨਾਂ ਦੀ ਵਿਆਖਿਆ ਕੁਝ ਇਸ ਤਰ੍ਹਾਂ ਕੀਤੀ, ਜਿਸ ਤੋਂ ਕਿ ਉਸ ਦਾ ਪੋਪ ਨਾਲ ਵਿਰੋਧ ਹੋ ਗਿਆ। ਜਦੋਂ ਕਿ ਜਰਮਨੀ ਦੇ ਰਾਜੇ ਰਾਣਿਆਂ ਨੇ ਮਾਰਟਨ ਲੂਥਰ ਦਾ ਪੱਖ ਲੈ ਕੇ ਉਸ ਦੀ ਭਰਪੂਰ ਹਮਾਇਤ ਕੀਤੀ ਅਤੇ ਰੱਖਿਆ ਕੀਤੀ ਤੇ ਉਸ ਨੂੰ ਪੋਪ ਦੇ ਕੋਪ ਤੋਂ ਬਚਾਇਆ, ਤੇ ਇਉਂ ਪ੍ਰੋਟੈਸਟੈਂਟ ਸੰਪਰਦਾਇ ਦਾ ਜਨਮ ਅਤੇ ਵਿਕਾਸ ਹੋਇਆ। ਇਹ ਵੀ ਇੱਕ ਬੁਨਿਆਦੀ ਅੰਤਰ ਹੈ ਜੋ ਕਿ ਗੁਰੂ ਨਾਨਕ ਨੂੰ ਮਾਰਟਨ ਲੂਥਰ ਦੀ ਪਦਵੀ ਅਤੇ ਵਿਚਾਰ ਨਾਲੋਂ ਪ੍ਰਤੱਖ ਨਿਖੇੜਦਾ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਮੁੱਢ ਤੋਂ ਹੀ ਸੁਤੰਤਰ ਤੇ ਸੁਭਾਵ ਸੀ ਤੇ ਕਿਸੇ ਵਾਦ ਵਿਵਾਦ ਅਥਵਾ ਵਿਆਖਿਆ ਵਿਖਾਵੇ ਦਾ ਸਿੱਟਾ ਨਹੀਂ ਸੀ। ਇਹ ਅਨੁਸ਼ਠਾਨ ਕੀ ਸਨ ਜਿਨ੍ਹਾਂ ਦਾ ਕਿ ਮਾਰਟਨ ਲੂਥਰ ਨੇ ਵਿਆਖਿਆ ਵਿਰੋਧ ਕੀਤਾ ਅਤੇ ਇਉਂ ਪ੍ਰੋਟੈਸਟੈਂਟ ਸੰਪਰਦਾ ਨੂੰ ਜਨਮ ਦਿੱਤਾ। ਅਨੁਸ਼ਠਾਨ ਦੀ ਪ੍ਰਥਾ ਈਸਾਈ ਮਤ ਦੇ ਵਿੱਚ ਪ੍ਰਾਚੀਨ ਸਮਿਆਂ ਤੋਂ ਪ੍ਰਚਲਿਤ ਹੈ। ਈਸਾਈ ਮਤ ਦੇ ਆਦਿ ਤੋਂ ਹੀ ਅਤੇ ਲੂਥਰ ਦੇ ਜਨਮ ਤੋਂ ਕੋਈ 1000 ਵਰ੍ਹਾ ਪਹਿਲਾਂ ਤੋਂ ਹੈ। ਅਨੁਸ਼ਠਾਨ ਦੀ ਪ੍ਰਥਾ ਈਸਾਈ ਮਤ ਦੇ ਵਿੱਚ ਪ੍ਰਾਚੀਨ ਸਮਿਆਂ ਤੋਂ ਪ੍ਰਚਲਿਤ ਹੈ। ਈਸਾਈ ਮਤ ਦੇ ਆਦਿ ਤੋਂ ਹੀ ਅਤੇ ਲੂਥਰ ਦੇ ਜਨਮ ਤੋਂ ਕਈ 1000 ਵਰ੍ਹਾ ਪਹਿਲਾਂ ਤੋਂ। ਪ੍ਰਾਚੀਨ ਸਮਿਆਂ ਵਿੱਚ ਜਦੋਂ ਕਦੇ ਕੋਈ ਈਸਾਈ ਪਾਪ ਜਾਂ ਕਰੋਹਿਤ ਕਰਦਾ ਤਾਂ ਉਹ ਗਿਰਜੇ ਭਰੇ ਦੀਵਾਨ ਦੇ ਵਿੱਚ ਆਪਣੀ ਭੁੱਲ ਮੰਨ ਲੈਂਦਾ ਸੀ ਅਤੇ ਇਹ ਪ੍ਰਣ ਕਰਦਾ ਸੀ ਕਿ ਪ੍ਰਾਸ਼ਚਿਤ ਵਜੋਂ ਉਹ ਕੋਈ ਵਰਤ ਤਪ ਆਦਿਕ ਕਰਮ ਕਰੇਗਾ। ਜਿਸ ਵੇਲੇ ਸਮਾਂ ਪਾ ਕੇ ਭਰੇ ਦੀਵਾਨ ਦੇ ਵਿੱਚ ਭੁੱਲ ਮੰਨਣ ਦਾ ਰਿਵਾਜ ਹਟ ਗਿਆ ਅਤੇ ਆਪਣੀ ਭੁੱਲ ਪ੍ਰਤੱਖ ਤੌਰ ਤੇ ਆਮ ਈਸਾਈ ਸੰਗਤ ਕੋਲੋਂ ਲੁਕਾ ਕੇ ਕੇਵਲ ਪਾਦਰੀ ਦੇ ਸਾਹਮਣੇ ਮੰਨਣ ਦਾ ਰਿਵਾਜ ਪੈ ਗਿਆ, ਤਾਂ ਇਸ ਸਮੇਂ ਵਿੱਚ ਇਹ ਰਿਵਾਜ ਵੀ ਪੈ ਗਿਆ ਸੀ ਕਿ ਜਿਸ ਪਾਦਰੀ ਸਾਹਮਣੇ ਭੁੱਲ ਮੰਨੀ ਜਾਵੇ ਉਹ ਨਿਸ਼ਚਿਤ ਕਰੇ ਕਿ ਭੁੱਲ ਮੰਨਣ ਵਾਲਾ ਕੀ ਪ੍ਰਾਸ਼ਚਿਤ ਕਰਮ ਕਰੇ। ਇਹ ਪ੍ਰਾਪਰਟੀ ਅਸਲ ਵਿੱਚ ਈਸਾਈਆਂ ਨੇ ਬੋਧੀ ਮਠਾਂ ਦੇ ਵਿਨਿਆਏ ਜਾਂ ਰਹਿਤ ਮਰਿਆਦਾ ਤੋਂ ਮੰਗਵਾ ਲਈ ਹੈ, ਕਿਉਂ ਜੋ ਮਹਾਯਾਨ ਬੁੱਧ ਧਰਮ ਤੇ ਬੋਧੀ ਮਠ ਸੀਰੀਆ ਆਦਿ ਦੇਸ਼ਾਂ ਵਿੱਚ ਜਿੱਥੋਂ ਕਿ ਪਹਿਲੋ ਪਹਿਲ ਈਸਾਈ ਮਤ ਦੀ ਰੂਪ ਰੇਖਾ ਵੱਜੀ ਲੋਕ ਮਤ ਤੇ ਪ੍ਰਚਲਿਤ ਧਰਮ ਸੀ। ਸਿੱਖਾਂ ਵਿੱਚ ਭੁੱਲ ਮੰਨਣ ਅਤੇ ਤਨਖਾਹ ਲਗਾਉਣ ਦੀ ਰੀਤ ਦੀ ਮੂਲ ਵੀ ਇਹ ਬੋਧੀ ਵਿਨਿਆਏ ਹੀ ਹੈ ਤੇ ਈਸਾਈ ਦੀ ਇਸ ਰੂਹ ਰੀਤ ਨਾਲ ਸਿੱਖਾਂ ਦੀ ਇਸ ਪ੍ਰਾਪਰਟੀ ਦਾ ਕੋਈ ਸਿੱਧਾ ਸੰਬੰਧ ਨਹੀਂ ਹੈ। ਈਸਾਈਆਂ ਵਿੱਚ ਅਨੁਸ਼ਠਾਨ ਦੀ ਰੂਹ ਰੀਤ ਜਦੋਂ ਇਉਂ ਪ੍ਰਚਲਿਤ ਹੋਈ ਤਾਂ ਇਹੋ ਜਿਹੇ ਵਿਧਾਨ ਬਣਾਉਣੇ ਕੁਦਰਤੀ ਸਨ ਜਿਨ੍ਹਾਂ ਦੁਆਰਾ ਇੱਕ ਰਹਿਨੁਮਾਈ ਮਿਲੇ ਕਿ ਕਿਸ ਕਿਸਮ ਦੀ ਭੁੱਲ ਦਾ ਪ੍ਰਾਸ਼ਚਿਤ ਯੋਗ ਹੈ। 7ਵੀਂ ਸ਼ਤਾਬਦੀ ਈਸਵੀ ਦੇ ਲਾਗੇ ਅਨੁਰੁੱਧ ਦੀ ਪ੍ਰਥਾ ਈਸਾਈਆਂ ਵਿੱਚ ਚਲੀ, ਜਿਸ ਦੁਆਰਾ ਕਿ ਨਿਯਤ ਪ੍ਰਾਸ਼ਚਿਤ ਵਿੱਚ ਘਾਟ ਅਤੇ ਨਰਮੀ ਲਿਆਂਦੀ ਜਾ ਸਕਦੀ ਹੈ। ਇਉਂ ਸਮਝੋ ਕਿ ਜੇ ਕਿਸੇ ਪਾਪ ਦੁਰਕਰਮ ਦਾ ਨਿਯਤ ਪ੍ਰਾਸ਼ਚਿਤ 6 ਮਹੀਨੇ ਫਾਕਾ ਕਰਨਾ ਜਾਂ ਰੋਜ਼ਾ ਰੱਖਣਾ ਹੋਵੇ ਤਾਂ ਅਨੁਰੁੱਧ ਅਨੁਸਾਰ ਜੇ ਕੋਈ 6 ਵਾਰ ਈਸਾਈਆਂ ਦੀ ਈਸ਼ਵਰੀ ਪ੍ਰਾਰਥਨਾ ਦਾ ਪਾਠ ਹੀ ਕਰ ਲਵੇ ਤਾਂ ਪ੍ਰਾਸ਼ਚਿਤ ਸੰਪੂਰਨ ਹੋਇਆ ਸਮਝਿਆ ਜਾਣ ਲੱਗਾ। ਜਾਂ ਜੇ ਕੋਈ 6 ਰੁਪਏ ਧਰਮ ਕਾਰਜਾਂ ਲਈ ਖਰਚ ਕਰ ਦੇਵੇ ਜਾਂ ਗਿਰਜੇ ਦੀ ਗੋਲਕ ਵਿੱਚ ਪਾ ਦੇਵੇ ਤਾਂ ਸਮਝਿਆ ਜਾਣ ਲੱਗਾ ਕਿ ਪ੍ਰਾਸ਼ਚਿਤ ਪੂਰਨ ਹੋ ਗਿਆ। ਇਹੋ ਅਨੁਸ਼ਠਾਨ ਦੇ ਸਿਧਾਂਤ ਤੇ ਮਰਿਆਦਾ ਦਾ ਮੂਲ ਅਤੇ ਸਾਰਾਂਸ਼ ਹੈ ਅਤੇ ਮਾਰਟਨ ਲੂਥਰ ਨੇ ਅਨੁਸ਼ਠਾਨ ਦੀ ਇਸ ਪ੍ਰਥਾ ਦਾ ਕਦੇ ਵਿਰੋਧ ਨਹੀਂ ਕੀਤਾ, ਸਗੋਂ ਉਸ ਦੇ ਵਿਚਾਰ ਇਹ ਸਨ ਕਿ ਇਹ ਇੱਕ ਯੋਗ ਪ੍ਰਥਾ ਹੈ
ਕਿਉਂ ਜੋ ਚਰਚ ਜੋ ਕਿ ਪ੍ਰਾਸ਼ਚਿਤ ਨਿਸ਼ਚਿਤ ਕਰਦਾ ਹੈ, ਉਸ ਨੂੰ ਇਹ ਅਧਿਕਾਰ ਵੀ ਹੈ ਕਿ ਉਸ ਨੂੰ ਘਟਾ ਜਾਂ ਨਰਮਾ ਸਕੇ ਅਤੇ ਇਉਂ ਉਸ ਨਿਯਤ ਪ੍ਰਾਸ਼ਚਿਤ ਦਾ ਨਿਰੋਧ ਕਰ ਸਕੇ। ਪਰ 13ਵੀਂ ਸ਼ਤਾਬਦੀ ਈਸਵੀ ਤੱਕ ਇਹ ਅਨੁਸ਼ਠਾਨ ਦਾ ਈਸਾਈ ਸਿਧਾਂਤ ਹੋਰ ਦਾ ਹੋਰ ਰੂਪ ਵਟਾ ਚੁੱਕਾ ਸੀ। ਪ੍ਰਾਚੀਨ ਪਾਪ ਦਾ ਅਨੁਸ਼ਠਾਨ ਦਾ ਇਹ ਸੀ ਕਿ ਭੁੱਲ ਕਰਨ ਵਾਲੇ ਦੇ ਮਨ ਵਿੱਚ ਪਛਤਾਤਾਪ ਉਤਪੰਨ ਹੋਵੇ ਤਾਂ ਉਹ ਆਪਣੀ ਭੁੱਲ ਖੋਲ ਕੇ ਤਸਲੀਮ ਕਰੇ, ਲੁਕਾਵੇ ਨਾ ਅਤੇ ਪ੍ਰਾਸ਼ਚਿਤ ਵਜੋਂ ਦੰਡ ਸਵੀਕਾਰ ਕਰੇ। ਹੁਣ ਵਿਚਾਰ ਇਉਂ ਪ੍ਰਚਲਿਤ ਹੋਇਆ ਕਿ ਦੰਡ ਸਵੀਕਾਰ ਕਰਨ ਨਾਲ ਈਸ਼ਵਰੀ ਕੀਮਤਾਂ ਪ੍ਰਾਪਤ ਹੋ ਆਉਂਦੀ ਹੈ, ਪਰੰਤੂ ਲੋਕ ਦੰਡ ਅਥਵਾ ਰਾਜ ਦੰਡ ਤੋਂ ਵਿਮੁਕਤ ਭੁੱਲ ਕਰਨ ਵਾਲਾ ਨਹੀਂ ਹੋ ਸਕਦਾ। ਕਿਉਂ ਜੋ ਈਸਾਈ ਮਤ ਦੇ ਪ੍ਰਾਚੀਨ ਵਿਧਾਨ ਅਨੁਸਾਰ ਰੋਮ ਦਾ ਸ਼੍ਰੀ ਮਹੰਤ ਪੋਪ ਦਾ ਉੱਥੇ ਦੋਹਾਂ ਜਹਾਨਾਂ ਉਤੇ ਅਧਿਕਾਰ ਪ੍ਰਾਪਤ ਹੈ। ਇਸ ਲਈ ਅਜਿਹਾ ਲੋਕ ਦੰਡ ਨਿਸ਼ਚਿਤ ਕਰਨ ਦਾ ਅਧਿਕਾਰ ਵੀ ਉਸ ਨੂੰ ਅਤੇ ਉਸਦੇ ਪਾਤਰੀਆਂ ਨੂੰ ਹੀ ਸੀ। ਸਿੱਟਾ ਇਹ ਕਿ ਭੁੱਲ ਮੰਨ ਲੈਣ, ਤਨਖਾਹ ਲਗਵਾ ਕੇ ਉਸ ਦੀ ਪੂਰਤੀ ਕਰਨ ਉਪਰੰਤ ਵੀ ਭੁੱਲ ਕਰਨ ਵਾਲਾ ਲੋਕਾਇਤ ਅਤੇ ਰਾਜ ਸੱਤਾ ਦੇ ਰੂਬਰੂ ਅਪਰਾਧੀ ਬਣਿਆ ਰਿਹਾ। ਸਾਰਾਂਸ਼ ਇਸ ਸਿਧਾਂਤ ਦਾ ਇਹ ਸੀ ਕਿ ਹਜ਼ਰਤ ਈਸਾ ਦੇ ਅਖੁੱਟ ਪੁੰਨ ਕਰਮ ਤਾਂ ਹੈਣ ਹੀ, ਪਰ ਭੂਤ ਅਤੇ ਵਰਤਮਾਨ ਕਾਲ ਦੇ ਈਸਾਈ ਸਾਧੂ ਸੰਤਾਂ ਨੇ ਜੋ ਸ਼ੁਭ ਕਰਮ ਹੋਣ ਉਹ ਸਾਰੇ ਇੱਕ ਅਪੂਰਨ ਕੋਸ਼ ਵਿੱਚ ਸੰਚਿਤ ਹਨ ਅਤੇ ਰੋਮ ਦਾ ਸ਼੍ਰੀ ਮਹੰਤ ਪੋਪ ਉਸ ਕੋਸ਼ ਵਿੱਚੋਂ ਜਿਸ ਵੇਲੇ ਚਾਹੇ ਕੁਝ ਪੁੰਨ ਕਰਮਾਂ ਦਾ ਫਲ ਕਿਸੇ ਸ਼ਰਧਾਲੂ ਈਸਾਈ ਭਗਤ ਨੂੰ ਪ੍ਰਦਾਨ ਕਰ ਸਕਦਾ ਹੈ। ਇਹ ਪੁੰਨ ਕੋਸ਼ ਦਾ ਸਿਧਾਂਤ ਈਸਾਈਆਂ ਦੀ ਆਪਣੀ ਉਪਜ ਨਹੀਂ ਹੈ, ਸਗੋਂ ਇਹ ਸਾਰੇ ਸਾਰ ਰੂਪ ਵਿੱਚ ਪ੍ਰਾਚੀਨ ਵੈਦਿਕ ਵਿਚਾਰਧਾਰਾ ਹੈ ਜੋ ਕਿ ਮਹਾਯਾਨ ਬੁੱਧ ਮਤ ਦੀ ਵਿਚਾਰ ਪ੍ਰਣਾਲੀ ਨਾਲ ਸੀਮਿਤ ਹੋ ਕੇ ਈਸਾਈ ਸੀਮਤ ਦੀਆਂ ਮੁੱਢਲੀਆਂ ਸ਼ਤਾਬਦੀਆਂ ਦੇ ਵਿੱਚ ਤੁਰਕਿਸਤਾਨ ਅਤੇ ਮੱਧ ਪੂਰਬ ਦੇ ਦੇਸ਼ਾਂ ਰਾਹੀਂ ਈਸਾਈ ਦੇ ਵਿਚਾਰਧਾਰਾ ਵਿੱਚ ਪ੍ਰਵੇਸ਼ ਕਰ ਗਈ ਹੈ, ਜਿਸ ਨੇ ਈਸਾਈਆਂ ਦੇ ਪੁੰਨ ਕੋਸ਼ ਸਿਧਾਂਤ ਦਾ ਰੂਪ ਵਟਾ ਲਿਆ ਹੈ। ਜੈਮਨੀ ਰਿਸ਼ੀ ਰਚਿਤ ਪੂਰਵ ਮੀਮਾਂਸਾ ਦਾ ਇਹ ਸਿਧਾਂਤ ਹੈ ਕਿ ਵੈਦਿਕ ਕਰਮ ਕਾਂਡਾਂ ਦਾ ਜੋ ਸਪਸ਼ਟ ਅਤੇ ਤਤਕਾਲ ਫਲ ਨਹੀਂ ਹੁੰਦਾ ਤਾਂ ਉਹ ਫਲ ਅਪੂਰਵ ਕੋਸ਼ ਵਿੱਚ ਸੰਚਿਤ ਹੋ ਜਾਂਦਾ ਹੈ ਅਤੇ ਸਮਾਂ ਪਾ ਕੇ ਇਸੇ ਜਨਮ ਵਿੱਚ ਅਥਵਾ ਕਿਸੇ ਅੰਗਾਮੀ ਜਨਮ ਦੇ ਵਿੱਚ ਜਜਮਾਨ ਨੂੰ ਪ੍ਰਾਪਤ ਹੁੰਦਾ ਹੈ। ਇਹੋ ਅਪੂਰਨ ਪੁੰਨ ਕੋਸ਼ ਹੈ ਜਿਸ ਦੀ ਕੁੰਜੀ ਬਰਦਾਰੀ ਦਾ ਅਧਿਕਾਰ ਈਸਾਈਆਂ ਨੇ ਸ਼੍ਰੀ ਮਹੰਤ ਪੋਪ ਨੇ ਸਵਸ਼ ਕਰਕੇ 13ਵੀਂ ਸ਼ਤਾਬਦੀ ਵਿੱਚ ਈਸਾਈ ਮਤ ਦੇ ਅਨੁਸ਼ਠਾਨ ਸਿਧਾਂਤ ਨੂੰ ਨਵਾਂ ਰੂਪ ਦਿੱਤਾ। ਇਸ ਨਵੇਂ ਰੂਪ ਅਨੁਸਾਰ ਇਹ ਕਿਹਾ ਗਿਆ ਹੈ ਕਿ ਜੇ ਕੋਈ ਸ਼ਰਧਾਵਾਨ ਈਸਾਈ ਪਾਪ ਕਰਕੇ ਉਸ ਪਾਪ ਦੇ ਪ੍ਰਾਸ਼ਚਿਤ ਵਜੋਂ ਗਿਰਜੇ ਵਿੱਚ ਜਾਂ ਪੋਪ ਨੂੰ ਨਿਸ਼ਚਿਤ ਮਾਇਆ ਦਾਨ ਕਰ ਦਵੇ ਤਾਂ ਉਸਦੇ ਪਾਪ ਖਿਮਾ ਹੋ ਜਾਣਗੇ। ਇਉਂ ਪੋਪ ਦੇ ਦਸਤਖਤੀ ਅਨੁਸ਼ਠਾਨ ਪੱਤਰ ਈਸਾਈ ਦੇਸ਼ਾਂ ਦੇ ਵਿੱਚ ਆਮ ਚੱਲਣ ਲੱਗ ਪਏ, ਜਿਵੇਂ ਕਿ ਅੱਜ ਕੱਲ ਮਾਰ ਗਿਆ ਪੱਤਰ ਖਰੀਦ ਲਈਦੇ ਹਨ ਤਾਂ ਜੋ ਜਿੱਥੇ ਵੀ ਜਾਈਏ ਉਹਨਾਂ ਨੂੰ ਪੜ੍ਹਾ ਕੇ ਆਪਣਾ ਖਰਚਾ ਪੱਠਾ ਤੋਰ ਲਈਏ। ਪੋਪ ਨੇ ਖੁੱਲ ਕੇ ਇਹ ਗੱਲ ਕਦੀ ਨਹੀਂ ਸੀ ਆਖੀ ਕਿ ਇਹ ਅਨੁਸ਼ਠਾਨ ਪੱਤਰ ਪਾਪ ਕਰਮਾਂ ਦੇ ਵਿਨਾਸ਼ਕ ਅਤੇ ਈਸ਼ਵਰੀ ਖਿਮਾ ਪ੍ਰਾਪਤੀ ਦੀ ਸਨਦ ਹਨ। ਬੁੱਧੀਵਾਨ ਤੇ ਵਿਚਾਰਵਾਨ ਪਾਦਰੀਆਂ ਦਾ ਇਹੋ ਮਤ ਸੀ ਕਿ ਇਹ ਅਨੁਸ਼ਠਾਨ ਪੱਤਰ ਪਾਪ ਵਿਨਾਸ਼ਕ ਨਹੀਂ ਹਨ, ਕੇਵਲ ਲੌਕਿਕ ਦੰਡ ਨਿਵਰਤਕ ਹਨ। ਪਰ ਜਨ ਸਧਾਰਨ ਇਹਨਾਂ ਗੁਹਜ ਅੰਤਰਾਂ ਨੂੰ ਸਮਝਣ ਤੋਂ ਅਸਮਰੱਥ ਸਨ। ਉਹਨਾਂ ਦਾ ਵਿਸ਼ਵਾਸ ਇਹੋ ਸੀ ਕਿ ਜਿਤਨੀ ਵੱਡੀ ਰਕਮ ਦਾ ਅਨੁਸ਼ਠਾਨ ਪੱਤਰ ਖਰੀਦਿਆ ਜਾਵੇ ਉਤਨੇ ਉਗਰ ਪਾਪ ਹੀ ਈਸ਼ਵਰ ਦੇ ਦਰਬਾਰ ਵਿੱਚ ਬਖਸ਼ੇ ਜਾਂਦੇ ਹਨ। ਅਤੇ ਮਾਰਟਨ ਲੂਥਰ ਨੇ ਅਨੁਸ਼ਠਾਨ ਪੱਤਰਾਂ ਦਾ ਇਹ ਜਨ ਸਧਾਰਨ ਭਾਵ ਹੀ ਸਵੀਕਾਰ ਕਰ ਲਿਆ, ਜਿਹੜਾ ਭਾਵ ਕਿ ਪੋਪ ਜਾਂ ਉਸਦੇ ਪਾਦਰੀਆਂ ਨੇ ਕਦੇ ਘੋਸ਼ਿਤ ਨਹੀਂ ਕੀਤਾ ਸੀ ਅਤੇ ਜਿਸ ਜਨ ਸਧਾਰਨ ਅਤੇ ਮਨੋਕਲਪਿਤ ਭਾਵ ਦਾ ਵਿਰੋਧ ਤੇ ਖੰਡਨ ਹੀ ਆਪਣੇ ਪੰਚਨ ਵਟੀ ਅਨੁਕਰਮਣ ਦੇ ਵਿੱਚ ਕਰ ਮਾਰਿਆ, ਜਿਸ ਦੇ 6 ਅਨੁਕਰਮਣ ਨਿਮਤ ਲਿਖਤ ਹਨ।
ਪਹਿਲਾ, ਅਨੁਸ਼ਠਾਨ ਕੇਵਲ ਧਾਰਮਿਕ ਸਜ਼ਾ ਹੀ ਬਖਸ਼ ਸਕਦਾ ਹੈ, ਕਿਉਂ ਜੋ ਧਾਰਮਿਕ ਪ੍ਰੋਹਤ ਜੋ ਦੰਡ ਦੇਣ ਉਹ ਬਖਸ਼ ਵੀ ਸਕਦੇ ਹਨ, ਪਰ ਈਸ਼ਵਰੀ ਦੰਡ ਤਾਂ ਈਸ਼ਵਰ ਹੀ ਬਖਸ਼ ਸਕਦਾ ਹੈ। ਅਨੁਸ਼ਠਾਨ ਪੱਤਰ ਪਾਪ ਵਿਨਾਸ਼ਕ ਕਦਾਚਿਤ ਨਹੀਂ ਹੋ ਸਕਦਾ। ਪੋਪ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਹੈ। ਇਹ ਅਧਿਕਾਰ ਈਸ਼ਵਰ ਨੇ ਆਪਣੇ ਹੱਥ ਹੀ ਰੱਖਿਆ ਹੋਇਆ ਹੈ। ਤੀਸਰਾ, ਈਸ਼ਵਰੀ ਦੰਡ ਨੂੰ ਅਨੁਸ਼ਠਾਨ ਰੋਕ ਨਹੀਂ ਸਕਦਾ। ਇਹ ਸ਼ਕਤੀ ਈਸ਼ਵਰ ਦੇ ਆਪਣੇ ਹੱਥ ਹੀ ਹੈ। ਚੌਥਾ, ਨਰਕ ਕੁੰਡ ਦੇ ਵਿੱਚ ਹੀ ਅਨੁਸ਼ਠਾਨ ਸਹਾਈ ਨਹੀਂ ਹੋ ਸਕਦੇ। ਧਾਰਮਿਕ ਦੰਡ ਜੀਵਤ ਮਨਸ਼ਾ ਉੱਤੇ ਹੀ ਲਾਗੂ ਹਨ। ਮ੍ਰਿਤਿਉ ਇਹਨਾਂ ਦਾ ਅੰਤ ਕਰ ਦਿੰਦੀ ਹੈ। ਪੋਪ ਨਰਕ ਵਾਸੀ ਆਤਮਾ ਲਈ ਅਰਦਾਸ ਤਾਂ ਕਰ ਸਕਦਾ ਹੈ, ਪਰ ਉਸ ਨੂੰ ਨਰਕ ਲੋਕ ਵਿੱਚ ਕੋਈ ਸਿੱਧੇ ਅਧਿਕਾਰ ਪ੍ਰਾਪਤ ਨਹੀਂ ਹਨ। ਪੰਜਵਾਂ, ਜਿਹੜਾ ਈਸਾਈ ਸ਼ਰਧਾਵਾਨ ਸੱਚੇ ਦਿਲੋਂ ਆਪਣੇ ਪਾਪਾਂ ਦਾ ਪਛਤਾਤਾਪ ਕਰਦਾ ਹੈ, ਈਸ਼ਵਰ ਉਸ ਨੂੰ ਬਖਸ਼ ਦਿੰਦਾ ਹੈ ਅਤੇ ਉਸ ਅਨੁਸ਼ਠਾਨ ਦੀ ਉਸ ਨੂੰ ਲੋੜ ਨਹੀਂ ਹੈ। ਈਸਾ ਕ੍ਰਿਸਤੋ ਇੱਕ ਸੱਚੇ ਪਛਤਾਤਾਪ ਦੀ ਮੰਗ ਹੀ ਹਰ ਪ੍ਰਾਣੀ ਦੇ ਕੋਲੋਂ ਕਰਦਾ ਹੈ। ਛੇਵਾਂ, ਪੁੰਨ ਕੋਸ਼ ਦੀ ਵਿਸਥਾਰ ਪੂਰਵਕ ਵਿਆਖਿਆ ਨਹੀਂ ਹੋ ਸਕਦੀ। ਇਹ ਕਹਿਣਾ ਕਠਿਨ ਹੈ ਕਿ ਅਸਲ ਵਿੱਚ ਕੀ ਹੈ ਅਤੇ ਇਹ ਜਨ ਸਧਾਰਨ ਦੀ ਸਮਝ ਤੋਂ ਪਰੇ ਦੀ ਗੱਲ ਹੈ। ਇਹ ਕ੍ਰਿਸਤੋ ਯਿਸੂ ਮਸੀਹ ਅਤੇ ਉਸਦੇ ਪੁੰਨ ਕਰਮਾਂ ਦੀ ਕੋਸ਼ੀ ਨਹੀਂ ਕਹੀ ਜਾ ਸਕਦੀ, ਕਿਉਂ ਜੋ ਕ੍ਰਿਸਤੋ ਅਤੇ ਸੰਤਾਂ ਦੇ ਪੁੰਨ ਕਰਮ ਤਾਂ ਪੋਪ ਦੀ ਵਿਚੋਲਗੀ ਤੋਂ ਬਿਨਾਂ ਹੀ ਪਾਪੀਆਂ ਦਾ ਉਦਾਰ ਕਰਦੇ ਹਨ। ਪੁੰਨ ਕੋਸ਼ ਦਾ ਅਰਥ ਇਹੋ ਹੋ ਸਕਦਾ ਹੈ ਕਿ ਪੋਪ ਧਾਰਮਿਕ ਦੰਡ ਬਖਸ਼ ਦੇਵੇ, ਜਿਹੜੇ ਕਿ ਉਸਨੇ ਜਾਂ ਉਸਦੇ ਪਾਦਰੀਆਂ ਨੇ ਨਿਸ਼ਚਿਤ ਕੀਤੇ ਹੋਏ ਹਨ। ਅਸਲੀ ਪੁੰਨ ਕੋਸ਼ ਤਾਂ ਕਰੁਣਾ ਨਿਧੀ ਈਸ਼ਵਰ ਆਪ ਹੀ ਹੋ ਸਕਦਾ ਹੈ, ਜੋ ਕਿ ਸਭ ਤੇ ਸਿੱਧ ਅਮੋਘ ਵਿਨਾਸ਼ਕ ਹੈ। ਨਵੰਬਰ ਮਹੀਨੇ ਦੀ ਪਹਿਲੀ ਅਤੇ ਸਨ ਈਸਵੀ 1517 ਨੂੰ ਉਪਰੋਕਤ 6 ਅਤੇ ਬਾਕੀ ਦੇ ਅਨੁਕਰਮਣ, ਜਿਹੜੇ ਕਿ ਪਿੱਛੋਂ ਜਾ ਕੇ ਪੰਚਨਵਟੀ ਅਨੁਕਰਮਣ ਪ੍ਰਸਿੱਧ ਹੋਏ, ਮਾਰਟਨ ਲੂਥਰ ਨੇ ਸਰਵਦੇਵ ਪੂਜਾ ਉਤਸਵ ਵਾਲੇ ਦਿਨ ਵਿਟਨਬਰਗ ਦੇ ਵਿਸ਼ਵਵਿਦਿਆਲਾ ਦੇ ਵੱਡੇ ਗਿਰਜੇ ਦੇ ਬੂਹੇ ਅੱਗੇ ਟੰਗ ਦਿੱਤੇ, ਜਿਸ ਨਾਲ ਇੱਕ ਭਾਰੀ ਉਤਸ਼ਾਹ ਲੋਕਾਂ ਵਿੱਚ ਉੱਠ ਖੜਾ ਹੋਇਆ ਅਤੇ ਜਨ ਸਧਾਰਨ ਤੇ ਰਾਜੇ ਰਾਣੀ ਰਾਤੋਂ ਰਾਤ ਮਾਰਟਨ ਲੂਥਰ ਦੀ ਹਮਾਇਤ ਉੱਤੇ ਖੜੇ ਹੋਏ ਅਤੇ ਇਉਂ ਰੋਮ ਦੇ ਪੋਪ ਦਾ ਲੌਕਿਕ ਅਤੇ ਧਾਰਮਿਕ ਆਧਾਰ ਅੱਧੇ ਯੂਰਪ ਦੇ ਤੋਂ ਚੁੱਕਿਆ ਗਿਆ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਈਸਾਈ ਮਤ ਦੋ ਸੰਪਰਦਾਵਾਂ ਵਿੱਚ ਖਿਲ ਹੋ ਗਿਆ, ਰੋਮਨ ਕੈਥੋਲਿਕ ਅਤੇ ਪ੍ਰੋਟੈਸਟੈਂਟ, ਜਿਸ ਦਾ ਪਰਿਣਾਮ ਕਿ 1.5-2 ਸਦੀਆਂ ਦਾ ਖੂਨ ਖਰਾਬਾ ਯੂਰਪੀ ਦੇਸ਼ਾਂ ਵਿੱਚ ਨਿਕਲਿਆ, ਜਿਹੜਾ ਖੂਨ ਖਰਾਬਾ ਅਤੇ ਉਸ ਤੋਂ ਉਤਪੰਨ ਹੋਈ ਪਰਸਪਰ ਘ੍ਰਿਣਾ ਅਜੇ ਕੁਝ ਸਾਲ ਹੀ ਹੋਇਆ ਸ਼ਾਂਤ ਹੋਈ ਹੈ। ਇਹ ਹੈ ਈਸਾਈ ਮਤ ਦੇ ਵਿੱਚ ਮਾਰਟਨ ਲੂਥਰ ਦੀ ਪਦਵੀ ਅਤੇ ਉਸ ਦਾ ਕਰਮ ਖੇਤਰ। ਗੁਰੂ ਨਾਨਕ ਦੀ ਪਦਵੀ ਤੇ ਗੁਰੂ ਨਾਨਕ ਦੇ ਕਰਮ ਖੇਤਰ ਨਾਲੋਂ ਇਹ ਅਸਲੋਂ ਭਿੰਨ ਅਤੇ ਮੁਖਤਲਿਫ ਹੈ ਅਤੇ ਇੱਕ ਦਾ ਦੂਜੇ ਨਾਲ ਮੁਕਾਬਲਾ ਕਰਨਾ ਵੀ ਭਾਰੀ ਭੁੱਲ ਹੈ। ਮੋਟੇ-ਮੋਟੇ ਅੰਤਰ ਜੋ ਦੋਹਾਂ ਮਹਾਂਪੁਰਖਾਂ ਦੀ ਪਦਵੀ ਤੇ ਕਰਮ ਖੇਤਰਾਂ ਦੇ ਵਿੱਚ ਹਨ, ਉਹ ਇਹ ਸਹੀ ਹੁੰਦੇ ਹਨ। ਪਹਿਲਾ, ਗੁਰੂ ਨਾਨਕ ਦਾ ਇਹ ਦਾਅਵਾ ਕਿ ਮੈਂ ਜੋ ਗਿਆਨ ਪ੍ਰਚਾਰ ਤੇ ਉਪਦੇਸ਼ ਪ੍ਰਸਾਰ ਕਰਦਾ ਹਾਂ, ਉਹ ਵਹੀ ਰੂਪ ਤਿੰਨ ਕਾਲ ਸਤ ਅਕਾਲ ਪੁਰਖ ਵਾਕ ਹਨ, ਮਨੁੱਖ ਬੁੱਧੀ ਆਸ਼ਰਿਤ ਜਾਂ ਕਿਸੇ ਵੇਦ ਕਿਤਾਬ ਦੀ ਵਿਆਖਿਆ ਅਥਵਾ ਪ੍ਰੋੜਤਾ ਵਜੋਂ ਨਹੀਂ। ਗੁਰੂ ਨਾਨਕ ਦੀ ਦੁਨੀਆ ਭਰ ਦੇ ਰਿਸ਼ੀਆਂ, ਪੈਗੰਬਰਾਂ, ਨੀਬੀਆਂ ਅਤੇ ਅਵਤਾਰਾਂ ਦੀ ਸ਼੍ਰੇਣੀ ਵਿੱਚ ਸ਼੍ਰੋਮਣੀ ਅਸਥਾਨ ਦਾ ਅਧਿਕਾਰੀ ਬਣਾਉਂਦੇ ਹਨ। ਸਤਿਗੁਰ ਵਿੱਚ ਆਪ ਰਖਿਆਉਨ ਕਰ ਪ੍ਰਗਟ ਆਖ ਸੁਣਾਇਆ। ਵਾਰ ਆਸਾ ਪੰਨਾ 466। ਦੇ ਸਪਸ਼ਟ ਅਰਥ ਇਹੋ ਹਨ ਕਿ ਗੁਰੂ ਨਾਨਕ ਦਾ ਦਾਅਵਾ ਇਹੋ ਸੀ ਕਿ ਉਹਨਾਂ ਦੀ ਜੀਭਾਂ ਰਾਹੀਂ ਸਰਬਾਸਰ ਅਕਾਲ ਪੁਰਖ ਆਪ ਵਾਕ ਕਰਦਾ ਹੈ, ਜਿਵੇਂ ਕਿ ਮੀਮਾਂਸਾ ਦਾ ਮਤ ਹੈ ਕਿ ਵੇਦ ਈਸ਼ਵਰ ਕ੍ਰਿਤ ਅਥਵਾ ਈਸ਼ਵਰ ਵਾਕ ਹਨ। ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਂ ਉਚਿਓ।
ਸੂਹੀ ਮਹੱਲਾ ਪਹਿਲਾ ਪੰਨਾ 763। ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ। ਵਡਹੰਸ ਮਹੱਲਾ ਪਹਿਲਾ ਪੰਨਾ 566। ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ। ਵਾਰ ਮਲਾਰ ਪੌੜੀ ਦੂਜੀ ਪੰਨਾ 1279। ਇਤਿਹਾਦ ਗੁਰਵਾਕਾ ਤੋਂ ਇਹ ਸਪਸ਼ਟ ਹੈ ਕਿ ਗੁਰੂ ਨਾਨਕ ਦਾ ਗਿਆਨ ਉਪਦੇਸ਼ ਉਹਨਾਂ ਦੇ ਆਪਣੇ ਦਾਅਵੇ ਅਨੁਸਾਰ ਈਸ਼ਵਰ ਵਾਕ ਵਹੀ ਤੇ ਅਲਹਾਮ ਦਾ ਦਰਜਾ ਰੱਖਦਾ ਹੈ। ਈਸ਼ਵਰ ਵਾਕ ਤੇ ਵਰਜ਼ ਅਰਥਾਤ ਵਹੀ ਦੁਆਰਾ ਵਰਤਿਆ ਹੋਇਆ ਕਲਾਮ ਉਹ ਸ਼ਬਦ ਹਨ ਜਿਨ੍ਹਾਂ ਬਾਰੇ ਸਿਧਾਂਤ ਹੈ ਕਿ ਇਹ ਉਹ ਬੋਲੀ ਅਤੇ ਉਹ ਸ਼ਬਦ ਇੰਜ ਹਨ ਜੋ ਈਸ਼ਵਰ ਨੇ ਆਪ ਉਚਾਰਨ ਕੀਤੇ। ਮੀਮਾਂਸਾ ਕਰਤਾ ਵੇਦ ਬਾਰੇ ਅਤੇ ਮੁਸਲਮਾਨ ਵਿਦਵਾਨ ਕੁਰਾਨ ਬਾਰੇ ਇਹੋ ਦਾਅਵਾ ਕਰਦੇ ਹਨ ਕਿ ਇਹ ਉਪਰੋਕਤ ਅਰਥਾਂ ਵਿੱਚ ਈਸ਼ਵਰ ਕ੍ਰਿਤ ਤੇ ਵਰਜ ਹਨ। ਪਰ ਮੁਸਲਮਾਨਾਂ ਵਿੱਚ ਇੱਕ ਸ਼੍ਰੇਣੀ ਦੇ ਵਿਦਵਾਨ ਜੋ ਕਿ ਮੁਤਆਜ਼ਿਲਾ ਕਹੇ ਜਾਂਦੇ ਹਨ, ਉਹਨਾਂ ਦਾ ਮਤ ਹੈ ਕਿ ਕੁਰਾਨ ਸ਼ਰੀਫ ਦੇ ਵਾਕ ਈਸ਼ਵਰ ਦੇ ਸਵੈ ਉਚਾਰਨ ਕੀਤੇ ਹੋਏ ਸ਼ਬਦ ਨਹੀਂ ਹਨ, ਪਰੰਤੂ ਉਸਦੇ ਬਖਸ਼ੇ ਹੋਏ ਗਿਆਨ ਨੂੰ ਪ੍ਰਗਟਾਉਂਦੇ ਹਨ ਜਿਸ ਦਾ ਨਾਮ ਇਲਹਾਮ ਹੈ। ਭਾਵ ਇਹ ਹੈ ਕਿ ਈਸ਼ਵਰ ਦੀ ਮਾਤ ਭਾਸ਼ਾ ਜਾਂ ਸੰਸਾਰਿਕ ਭਾਸ਼ਾ ਤਾਂ ਅਰਬੀ ਨਹੀਂ ਕਹੀ ਜਾ ਸਕਦੀ, ਪਰ ਕੁਰਾਨ ਸ਼ਰੀਫ ਦੇ ਵਿੱਚ ਜੋ ਗਿਆਨ ਤੇ ਧਰਮ ਅੰਕਿਤ ਹੈ ਉਹ ਸਿੱਧਾ ਈਸ਼ਵਰੀ ਗਿਆਨ ਹੈ। ਗੁਰੂ ਨਾਨਕ ਦਾ ਜੋ ਦਾਅਵਾ ਇਸ ਵਿਸ਼ੇ ਉੱਤੇ ਹੈ ਉਸ ਬਾਬਤ ਇਹ ਕਹਿਣਾ ਕਠਿਨ ਹੈ ਕਿ ਉਹ ਗੁਰਵਾਕ ਨੂੰ ਵਹਜ਼ ਕਹਿੰਦੇ ਹਨ ਕਿ ਇਲਹਾਮ ਮੰਨਦੇ ਹਨ। ਇਹੋ ਕਹਿਣਾ ਸ਼ਾਇਦ ਵਧੇਰੇ ਠੀਕ ਹੋਵੇ ਕਿ ਉਹ ਵਹਜ਼ ਅਤੇ ਇਲਹਾਮ ਦੇ ਅੰਤਾਂ ਨੂੰ ਹੀ ਨਿਰਾ ਆਧਾਰ ਅਤੇ ਵਿਟੰਡਾਵਾਦ ਮੰਨਦੇ ਹਨ ਅਤੇ ਈਸ਼ਵਰੀ ਗਿਆਨ ਤੇ ਵਿਧਾਨ ਨੂੰ ਕਿਸੇ ਵਿਸ਼ੇਸ਼ ਭਾਸ਼ਾ ਵਿੱਚ ਸੀਮਿਤ ਕਰਨ ਨੂੰ ਹੀ ਅਗਿਆਨ ਅਤੇ ਆਸ਼ਰਤ ਮੰਨਦੇ ਹਨ। ਤੇ ਇਹੋ ਵਿਚਾਰ ਉਹਨਾਂ ਨੇ ਸੰਸਕ੍ਰਿਤ ਬੋਲੀ ਦੇ ਦੇਵ ਬਾਣੀ ਕਹਿਣ ਬਾਬਤ ਅਤੇ ਵੇਦ ਵਾਕਾਂ ਦੇ ਈਸ਼ਵਰੀ ਕ੍ਰਿਤ ਮੰਨਣ ਬਾਰੇ ਸਨ। ਇਹੋ ਮਤ ਉਹਨਾਂ ਦਾ ਅਰਬੀ ਭਾਸ਼ਾ ਤੇ ਕੁਰਾਨ ਸ਼ਰੀਫ ਦੇ ਵਹਜ਼ ਸਿਧਾਂਤ ਬਾਰੇ ਸੀ, ਕਿਉਂ ਜੋ ਦਸਮ ਗੁਰੂ ਦੇ ਸਰ ਪ੍ਰਮਾਣਿਕ ਤੇ ਸੰਸੇ ਨਿਰੋਧੀ ਬਚਨ ਹਨ। ਸਭੇ ਅਛਰ ਵਿਦਿਆ ਸਭੇ ਦੇਸ ਬਾਣੀ ਸਭੇ ਦੇਸ ਪੂਜਾ ਸਮਸਤੋ ਪ੍ਰਧਾਨੀ। ਇਹੋ ਸਿਧਾਂਤ ਤੇ ਵਿਆਖਿਆ ਹੀ ਬੁੱਧੀਵਾਨ ਤੇ ਪੱਖਪਾਤ ਤੋਂ ਰਹਿਤ ਭਲੇ ਪੁਰਸ਼ ਸਵੀਕਾਰ ਕਰ ਸਕਦੇ ਹਨ। ਇਹੋ ਵਿਚਾਰਿਆ ਗੁਰੂ ਨਾਨਕ ਦੀ ਪਦਵੀ ਉਸ ਸ਼੍ਰੇਣੀ ਦੇ ਮਹਾਂਪੁਰਖਾਂ ਨਾਲ ਤੁਲਨਾਯੋਗ ਹੈ ਜਿਸ ਨਾਲ ਕਿ ਮਹਾਨ ਅਰਬੀ ਪੈਗੰਬਰ ਹਜ਼ਰਤ ਮੁਹੰਮਦ ਦਾ ਸੰਬੰਧ ਹੈ ਤੇ ਜਿਸ ਸ਼੍ਰੇਣੀ ਦੇ ਇੱਕ ਪ੍ਰਸਿੱਧ ਰਤਨ ਗੌਤਮ ਬੁੱਧ ਹਨ। ਪਰ ਗੁਰੂ ਨਾਨਕ ਦਾ ਆਪਣੇ ਦਾਅਵੇ ਅਨੁਸਾਰ ਹੀ ਇਹਨਾਂ ਦੋ ਉਪਰੋਕਤ ਮਹਾਂਪੁਰਸ਼ਾਂ ਨਾਲੋਂ ਵੀ ਇੱਕ ਭਾਰਾ ਅੰਤਰ ਹੈ। ਹਜ਼ਰਤ ਮੁਹੰਮਦ ਦਾ ਇਹ ਦਾਅਵਾ ਤਾਂ ਸੀ ਕਿ ਜਿਹੜਾ ਗਿਆਨ ਉਪਦੇਸ਼ ਉਹ ਪ੍ਰਚਾਰਦੇ ਹਨ ਉਹ ਈਸ਼ਵਰ ਕ੍ਰਿਤ ਜਾਂ ਈਸ਼ਵਰ ਪ੍ਰੇਰਿਤ ਹੈ, ਪਰ ਉਹ ਨਾਲ ਇਹ ਵੀ ਘੜੀ ਮੁੜੀ ਸਪਸ਼ਟ ਤੌਰ ਉੱਤੇ ਕਹਿੰਦੇ ਸਨ ਕਿ ਇਹ ਗਿਆਨ ਉਪਦੇਸ਼ ਉਹ ਹਨ ਜੋ ਅੱਲਾ ਨੇ ਪ੍ਰਾਚੀਨ ਸਮਿਆਂ ਵਿੱਚ ਨਬੀ ਇਬਰਾਹਿਮ ਨੂੰ ਦਿੱਤੇ ਸਨ ਅਤੇ ਉਹਨਾਂ ਨੇ ਕਿਹਾ ਤੁਸੀਂ ਜਾਂ ਈਸਾਈ ਬਣੋ ਜਾਂ ਯਹੂਦੀ ਤਾਂ ਜੋ ਤੁਹਾਨੂੰ ਧਰਮ ਪੱਖ ਦੀ ਪ੍ਰਾਪਤੀ ਹੋਵੇ, ਪਰ ਤੂੰ ਕਹਿ ਇਬਰਾਹਿਮ ਦਾ ਧਰਮ, ਤੇ ਉਹ ਇਬਰਾਹਿਮ ਦਵੈਤਵਾਦੀ ਨਹੀਂ ਸੀ। ਇਵੇਂ ਹੀ ਗੌਤਮ ਬੁੱਧ ਦਾ ਵਚਨ ਹੈ ਕਿ ਜਿਹੜੇ ਧਰਮ ਉਪਦੇਸ਼ ਮੈਂ ਪ੍ਰਚਾਰ ਕਰ ਰਿਹਾ ਹਾਂ ਉਹ ਪ੍ਰਾਚੀਨ ਅਤੇ ਸਨਾਤਨ ਧਰਮ ਉਪਦੇਸ਼ ਹਨ ਜੋ ਬੁੱਧ ਗਤੀ ਨੂੰ ਪ੍ਰਾਪਤ ਹੋਏ ਮਹਾਪੁਰਖ ਬੀਤ ਚੁੱਕੇ ਕਲਪਾਂ ਦੇ ਵਿੱਚ ਪ੍ਰਚਾਰਦੇ ਰਹੇ ਹਨ। ਏਸ਼ੋ ਤਮਮਮ ਸਨਾਤਮ। ਮੈਂ ਪੁਰਾਤਨ ਰਾਹ ਅਨੁਭਵ ਕੀਤਾ। ਉਹ ਪ੍ਰਾਚੀਨ ਪੰਥ ਜੋ ਪੂਰਵ ਬੁੱਧ ਅਪਣਾਉਂਦੇ ਰਹੇ ਹਨ ਉਹ ਧਰਮ ਪੰਥ ਮੈਂ ਫੜ ਲਿਆ। ਗੁਰੂ ਨਾਨਕ ਦੀ ਬਾਣੀ ਤੇ ਵਾਕਾਂ ਅਤੇ ਬਾਕੀ ਸਿੱਖ ਗੁਰੂਆਂ ਦੀ ਬਾਣੀ ਤੇ ਕਥਨੀ ਵਿੱਚ ਕੋਈ ਸੰਕੇਤ ਇਸ਼ਾਰਾ ਅਜਿਹਾ ਨਹੀਂ ਹੈ ਜਿਸ ਤੋਂ ਇਹ ਸਿੱਧ ਹੋਵੇ
ਕਿ ਉਹ ਆਪਣੇ ਗਿਆਨ ਅਤੇ ਆਪਣੀ ਧਰਤੀ ਅਥਵਾ ਆਪਣੇ ਇਲਹਾਮ ਦੀ ਸਤਿਆ ਸਿੱਧੀ ਨੂੰ ਕਿਸੇ ਹੋਰ ਬਾਣੀ ਜਾਂ ਇਲਹਾਮ ਉੱਤੇ ਆਧਾਰਿਤ ਜਾਂ ਆਸ਼ਰਿਤ ਮੰਨਦੇ ਹਨ। ਉਹ ਆਪਣੀ ਬਾਣੀ ਨੂੰ ਸਿੱਧਾ ਈਸ਼ਵਰ ਪ੍ਰੇਰਿਤ ਅਤੇ ਈਸ਼ਵਰੋਪਤ ਗਿਆਨ ਅਤੇ ਧਰਮ ਹੋਣ ਦਾ ਦਾਅਵਾ ਕਰਦੇ ਹਨ। ਉਸਦੀ ਸਤਿਆ ਸਿੱਧੀ ਦੀ ਸਾਖੀ ਕਿਸੇ ਹੋਰ ਵਾਕ ਜਾਂ ਇਲਹਾਮ ਨੂੰ ਨਹੀਂ ਬਿਆਨਦੇ। ਇਸ ਦਾ ਭਾਵ ਇਹ ਨਹੀਂ ਹੈ ਕਿ ਜੋ ਉਪਦੇਸ਼ ਗੁਰੂ ਨਾਨਕ ਨੇ ਪ੍ਰਚਾਰਿਆ ਉਸ ਦਾ ਜਾਂ ਉਸਦੇ ਵਿਲੋਕਤਰੇ ਰੂਪਾਂ ਦਾ 15ਵੀਂ ਸਦੀ ਈਸਵੀ ਤੋਂ ਪਹਿਲਾਂ ਦਾ ਅਭਾਵ ਸੀ। ਹੋ ਸਕਦਾ ਹੈ ਤੇ ਇਉਂ ਹੈ ਕਿ ਜੋ ਗਿਆਨ ਉਪਦੇਸ਼ ਗੁਰੂ ਨਾਨਕ ਰਾਹੀਂ ਜਗਤ ਦੇ ਕਲਿਆਣ ਹਿਤ 15ਵੀਂ ਸਦੀ ਈਸਵੀ ਵਿੱਚ ਉਤਰਿਆ, ਉਹ ਜਾਂ ਉਸਦੇ ਢੇਰ ਸਾਰੇ ਅੰਸ਼ ਪਹਿਲੋਂ ਵੀ ਪ੍ਰਾਚੀਨ ਸਮਿਆਂ ਤੋਂ ਸੰਸਾਰ ਵਿੱਚ ਪ੍ਰਗਟ ਸਨ। ਪਰ ਇਸ ਦਾ ਕਾਰਨ ਇਹ ਹੈ ਕਿ ਜਿਵੇਂ ਯੂਰਪੀਅਨ ਸੰਤ ਅੰਬਰੋਜ਼ ਦਾ ਵਚਨ ਹੈ, ਜੋ ਕੁਝ ਵੀ ਸਭ ਤੋਂ ਸਿੱਧ ਤੇ ਸੱਚ ਹੈ, ਉਹ ਜਿਸ ਕਿਸੇ ਨੇ ਕਿਹਾ ਹੈ, ਉਸਦੀ ਪ੍ਰੇਰਨਾ ਈਸ਼ਵਰ ਸ਼ਕਤੀ ਹੀ ਹੈ। ਨੁਕਤਾ ਕੇਵਲ ਇਤਨਾ ਹੀ ਹੈ ਕਿ ਗੁਰੂ ਨਾਨਕ ਦੇ ਗਿਆਨ ਉਪਦੇਸ਼ਾਂ ਦਾ ਮੂਲ ਸੋਮਾ ਕੋਈ ਅਨਿਆ ਧਰਮ ਗਿਆਨ ਨਹੀਂ, ਸਗੋਂ ਉਹ ਸਿੱਧੇ ਈਸ਼ਵਰ ਸ੍ਰਿਸ਼ਟੀ ਅਤੇ ਈਸ਼ਵਰ ਪ੍ਰੇਰਿਤ ਵਾਕ ਹਨ, ਅਤੇ ਨਾ ਹੀ ਗੁਰੂ ਨਾਨਕ ਦੀ ਬਾਣੀ ਤੇ ਗਿਆਨ ਉਪਦੇਸ਼ਾਂ ਦੀ ਸਨਦ ਅਤੇ ਸਾਖੀ ਕੋਈ ਹੋਰ ਅਨਿਆ ਸ਼ਰੂਤੀ ਗ੍ਰੰਥ, ਇਲਹਾਮੀ ਕਤੇਬਾ, ਸਫਤੇ ਸਿੱਧ ਅਤੇ ਆਪਣੀ ਸਨਦ ਸਾਖੀ ਆਪ ਹੀ ਹਨ। ਇਉਂ ਵਿਚਾਰਿਆ ਗੁਰੂ ਨਾਨਕ ਦੀ ਪਦ ਪਦਵੀ ਵੈਦਿਕ ਰਿਸ਼ੀਆਂ, ਭਾਰਤੀ ਬੁੱਧਾਂ, ਤਿਰੰਤਕਰਾਂ ਤੇ ਸਾਮੀ ਨਬੀ ਪੈਗੰਬਰਾਂ ਨਾਲੋਂ ਸਪਸ਼ਟ ਭਿੰਨ ਅਤੇ ਸ੍ਰੇਸ਼ਟ ਦਿਸ ਆਉਂਦੀ ਹੈ। ਤੇ ਕੁਝ ਇਹੋ ਜਿਹੇ ਵਿਚਾਰਾਂ ਤੇ ਉਕਤੀਆਂ ਯੁਕਤ ਨੇ ਵੀ ਮਹਾਕਵੀ ਸੰਤੋਖ ਸਿੰਘ ਦੇ ਮਨ ਨੂੰ ਪ੍ਰਭਾਵਿਤ ਕੀਤਾ ਹੋਵੇਗਾ, ਜੋ ਕਿ ਉਸਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ। ਭਾਵਪੂਰਤ ਇਹ ਹੈ ਕਿ ਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਤੋਂ ਪਰੇ ਤੇ ਉੱਚੇ ਸ਼ੁੱਧ ਤਿਰੰਕਰ ਜੋ ਪਰਿਵਾਰ ਕੀਦੇ ਹਨ, ਉਹਨਾਂ ਦੇ ਨਾਥ ਗੁਰੂ ਨਾਨਕ ਹਨ। ਸੋ ਇਹ ਪਦਵੀ ਜੋ ਗੁਰੂ ਨਾਨਕ ਦੀ ਮਹਾਕਵੀ ਨੇ ਕਹੀ ਹੈ, ਇਹ ਵਾਸਤਵਿਕ ਬਚਨ ਹੈ। ਐਵੇਂ ਕਾਵਿਆ ਅਤਕਥਨੀ ਜਾਂ ਸ਼ਾਇਰ ਦਾ ਮੁਬਾਲਗਾ ਨਹੀਂ ਹੈ। ਇਹ ਮਹਾਕਵੀ ਦੀ ਕਥੀ ਹੋਈ ਪਦਵੀ ਉਹ ਵਾਸਤਵਿਕ ਕਥਨੀ ਹੈ, ਜਿਸ ਦੀ ਕਿ ਗੁਰੂ ਨਾਨਕ ਨੇ ਆਪਣੇ ਦਾਅਵੇ ਤੋਂ ਪੁਸ਼ਟੀ ਹੁੰਦੀ ਹੈ। ਇਸ ਪਦਵੀ ਦਾ ਮਾਰਟਨ ਲੂਥਰ ਦੀ ਪਦਵੀ ਨਾਲ ਮੁਕਾਬਲਾ ਕਰਨਾ ਜਾਂ ਸੰਤੁਲਨ ਦੇਣਾ ਭਾਰੀ ਭੁੱਲ ਅਤੇ ਅਵਗਿਆ ਹੈ। ਮਾਰਟਨ ਲੂਥਰ ਨੇ ਕਿਸੇ ਸਮੇਂ ਅਤੇ ਕਿਵੇਂ ਵੀ ਰਿਸ਼ੀ ਸ਼ਰੂਤੀ ਦਾ ਸੰਚਾਲਕ ਜਾਂ ਨਬੀ ਪੈਗੰਬਰ ਹੋਣ ਦਾ ਦਾਅਵਾ ਨਹੀਂ ਕੀਤਾ, ਸਗੋਂ ਉਹ ਆਯੂ ਪਰਯੰਤ ਆਪਣੇ ਆਪ ਨੂੰ ਅੰਜਲੀ ਦਾ ਅਨੁਯਾਈ ਅਤੇ ਈਸਾਈ ਪੰਥ ਦਾ ਤੁੱਛ ਸੇਵਕ ਕਹਿੰਦਾ ਅਤੇ ਸਮਝਦਾ ਰਿਹਾ। ਉਸਨੇ ਕੇਵਲ ਅੰਜੀਲ ਅਤੇ ਈਸਾਈ ਮਤ ਦੇ ਕੁਝ ਸਿਧਾਂਤਾਂ ਤੇ ਰੋਹ ਰੀਤਾਂ ਦੀ ਅਜੇ ਵਿਆਖਿਆ ਕੀਤੀ, ਜੋ ਕਿ ਹੋਮ ਦੇ ਸ਼੍ਰੀ ਮਹੰਤ ਪੋਪ ਨੂੰ ਸਵੀਕਾਰ ਨਹੀਂ ਸੀ। ਇਸ ਲਈ ਉਸਦੀ ਪਦਵੀ ਉਹ ਹੈ ਜੋ ਸਨਾਤਨ ਹਿੰਦੂ ਮਤ ਵਿੱਚ ਸ਼ੰਕਰਾਚਾਰਿਆ, ਮਾਧਵਾਚਾਰਿਆ, ਰਾਮਾਨੁਜਾਚਾਰਿਆ ਦੀ ਹੈ, ਜਿਨ੍ਹਾਂ ਨੇ ਕਿ ਬ੍ਰਦਰਾਨ ਰਿਸ਼ੀ ਦੇ ਰਚੇ ਹੋਏ ਬ੍ਰਹਮ ਸੂਤਰ ਦੀ ਵਿਆਖਿਆ ਵੱਖੋ ਵੱਖਰੀ ਕੀਤੀ, ਜਿਸ ਦਾ ਸਿੱਟਾ ਕਿ ਅਦਵੈਤਵਾਦ, ਦਵੈਤਵਾਦ, ਵਸਿਸ਼ਟ ਦਵੈਤਵਾਦ ਦੇ ਸਿਧਾਂਤ ਹਨ। ਇਹ ਆਚਾਰਿਆ ਆਪਣੇ ਸਿਧਾਂਤ ਦੀ ਸਿੱਧੀ ਅਤੇ ਪੁਸ਼ਟੀ ਦੀ ਸਨਦ ਬ੍ਰਹਮ ਸੂਤਰਾਂ ਨੂੰ ਹੀ ਮੰਨਦੇ ਹਨ ਅਤੇ ਕਿਸੇ ਸੰਭਵ ਗਿਆਨ ਦੇ ਸੰਚਾਲਕ ਹੋਣ ਦਾ ਦਾਅਵਾ ਇਹੋ ਆਚਾਰਿਆ ਨਹੀਂ ਕਰਦੇ। ਇਹੋ ਮਾਰਟਨ ਲੂਥਰ ਵੀ ਇੱਕ ਈਸਾਈ ਆਚਾਰਿਆ ਹੈ ਅਤੇ ਗੁਰੂ ਨਾਨਕ ਨਾਲ ਉਸਦੀ ਤੁਲਨਾ ਦੇਣੀ ਇੱਕ ਵੱਡਾ ਭੁਲੇਖਾ ਹੈ। ਦੂਸਰਾ, ਗੁਰੂ ਨਾਨਕ ਦਾ ਕਰਮ ਖੇਤਰ ਮਾਰਟਨ ਲੂਥਰ ਦੇ ਕਰਮ ਖੇਤਰ ਨਾਲੋਂ ਬਿਲਕੁਲ ਵੱਖਰਾ ਤੇ ਭਿੰਨ ਹੈ, ਕਿਉਂ ਜੋ ਮਾਰਟਨ ਲੂਥਰ ਕੇਵਲ ਆਪਣੇ ਸਮੇਂ
ਤੇ ਆਪਣੇ ਚੌਗਿਰਦੇ ਵਿੱਚ ਉਗਮ ਅਤੇ ਪ੍ਰਿਯ ਬਣੇ ਰਹੇ ਵਿਚਾਰਾਂ ਦਾ ਕੇਵਲ ਪ੍ਰਤੀਨਿਧੀ ਨਹੀਂ ਸੀ, ਕਿਸੇ ਨਵੀਨ ਵਿਚਾਰਧਾਰਾ ਦਾ ਸੰਚਾਲਕ ਨਹੀਂ ਸੀ। ਤਾਂ ਹੀ ਉਸ ਨੂੰ ਝਟਪਟ ਜਨਤਾ ਅਤੇ ਰਾਜਿਆਂ ਰਾਣਿਆਂ ਦੀ ਹਮਾਇਤ ਪ੍ਰਾਪਤ ਹੋ ਗਈ ਤੇ ਪ੍ਰੋਟੈਸਟੈਂਟ ਸੰਪਰਦਾ ਦਿਨਾਂ ਦੇ ਵਿੱਚ ਹੀ ਸਰਪ੍ਰਿਯ ਲਹਿਰ ਦਾ ਰੂਪ ਧਾਰਨ ਕਰ ਗਈ। ਇਸ ਦੇ ਉਲਟ ਗੁਰੂ ਨਾਨਕ ਦਾ ਉਪਦੇਸ਼ਿਆ ਧਰਮ ਗਿਆਨ ਉਸ ਸਮੇਂ ਅਤੇ ਗੁਰੂ ਨਾਨਕ ਦੇ ਚੌਗਿਰਦੇ ਦੇ ਵਿੱਚ ਪਹਿਲੇ ਤੋਂ ਪ੍ਰਚਲਿਤ ਪ੍ਰਿਯ ਧਰਮ ਗਿਆਨ ਨਹੀਂ ਸੀ, ਸਗੋਂ ਇੱਕ ਨਵੀਂ ਜੀਵਨ ਜਾਂਚ, ਇੱਕ ਵੱਖਰਾ ਧਰਮ ਅਤੇ ਇੱਕ ਅਨੂਠਾ ਪੰਥ ਮਾਰਗ ਸੀ, ਜਿਸ ਕਾਰਨ ਸਿੱਖੀ ਅਤੇ ਸਿੱਖਾਂ ਨੂੰ ਕੇਵਲ ਜੀਵਨ ਅਧਿਕਾਰ ਪ੍ਰਾਪਤ ਕਰਨ ਲਈ 150 ਵਰ੍ਹੇ ਤੱਕ ਬਲੀਦਾਨ ਦੇਣਾ ਪਿਆ ਅਤੇ ਸਿਰ ਤਲੀ ਉੱਤੇ ਰੱਖ ਕੇ ਸਿੱਖੀ ਮਾਰਗ ਉੱਤੇ ਤੁਰਨਾ ਪਿਆ। ਤੀਸਰਾ, ਜਿਸ ਧਰਮ ਗਿਆਨ ਦਾ ਉਪਦੇਸ਼ ਗੁਰੂ ਨਾਨਕ ਨੇ ਪ੍ਰਚਾਰਿਆ, ਉਸ ਦੀ ਵਿਚਾਰ ਸਮੱਗਰੀ ਉਸ ਸ਼੍ਰੇਣੀ ਨਾਲੋਂ ਕਿਤੇ ਵੱਖਰੀ ਹੈ, ਜਿਸ ਸ਼੍ਰੇਣੀ ਦੀ ਕਿ ਮਾਰਟਨ ਲੂਥਰ ਦੀ ਵਿਚਾਰਧਾਰਾ ਹੈ। ਮਾਰਟਨ ਲੂਥਰ ਦੇ ਵਿਚਾਰਾਂ ਨੇ ਪ੍ਰਚਲਿਤ ਈਸਾਈ ਮਤ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ ਹੈ ਅਤੇ ਉਸ ਨੂੰ ਕਈ ਨਵੀਆਂ ਪਗਡੰਡੀਆਂ ਦਰਸਾਈਆਂ, ਜਿਨ੍ਹਾਂ ਉੱਤੇ ਚੱਲ ਕੇ ਯੂਰਪ ਦੇ ਈਸਾਈ ਦੇਸ਼ ਆਧੁਨਿਕ ਸਮਾਜਿਕ ਯੁੱਗ ਦੇ ਮੋਹਰੀ ਬਣ ਗਏ ਹਨ। ਪਰ ਜੋ ਗਿਆਨ ਉਪਦੇਸ਼ ਗੁਰੂ ਨਾਨਕ ਨੇ ਜਗਤ ਨੂੰ ਦਿੱਤਾ, ਉਸ ਦੇ ਵਿਚਾਰ ਕੋਸ਼ ਵਿੱਚ ਇੱਕ ਨਵੇਂ ਯੁੱਗ ਤੇ ਨਵੀਂ ਵਿਸ਼ਵ ਸਭਿਅਤਾ ਨੂੰ ਨਿਰਮਤ ਅਤੇ ਉਜਾਗਰ ਕਰਨ ਦੀ ਸ਼ਕਤੀ ਹੈ, ਜਿਹੜੀ ਪਰਮਾਣੂ ਸ਼ਕਤੀ ਕੇ ਅਜੇ ਤੱਕ ਕੁਝ ਰਾਜ ਭੂਗੋਲਿਕ ਕਾਰਨਾਂ ਕਰਕੇ ਪ੍ਰਚਲਿਤ ਨਹੀਂ ਹੋ ਸਕੀ, ਪਰ ਜਿਸ ਦੀ ਹੋਂਦ ਤੇ ਪ੍ਰਬਲਤਾ ਵਿੱਚ ਕਿਸੇ ਦੀਰਘ ਦਿਮਾਗ ਪੁਰਸ਼ ਨੂੰ ਸੰਸਾ ਨਹੀਂ ਹੋ ਸਕਦਾ। ਇਹ ਤਿੰਨ ਮੋਟੇ ਅੰਤਰੇ ਗੁਰੂ ਨਾਨਕ ਦੀ ਪਦ ਪਦਵੀ ਤੇ ਵਿਚਾਰਧਾਰਾ ਅਤੇ ਮਾਰਟਨ ਲੂਥਰ ਵਿਚਕਾਰ ਐਸੇ ਮੌਲਿਕ ਤੇ ਬੁਨਿਆਦੀ ਹਨ ਕਿ ਦੋਹਾਂ ਨੂੰ ਕਿਸੇ ਅੰਗ ਤੋਂ ਵੀ ਸੰਤੁਲਿਤ ਕਰਨਾ ਇੱਕ ਭਾਰੀ ਪੁੱਲ ਹੈ। ਬਿਨਾਂ ਮੁਬਾਲਗੇ ਦੇ ਸੱਚੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਦੀ ਪਦਵੀ ਦੀ ਸ੍ਰੇਸ਼ਟਤਾ ਤੇ ਉਸਦੇ ਗਿਆਨ ਵਿਚਾਰਾਂ ਦੀ ਸਰਵਗਿਆ ਸ਼ਕਤੀ ਅਸੰਤੁਲਿਤ ਅਤੇ ਅਦੁੱਤੀ ਹੈ। ਇਹ ਬਹੁਤ ਹੱਦ ਤੱਕ ਠੀਕ ਸਮੀਖਿਆ ਗੁਰੂ ਨਾਨਕ ਦੀ ਪਦਵੀ ਅਤੇ ਕਰਮ ਖੇਤਰ ਦੀ ਹੈ। ਗੁਰੂ ਨਾਨਕ ਦੀ ਪਦਵੀ ਉਸ ਰਾਹਨੁਮਾ ਦੀ ਹੈ, ਜਿਸ ਨੇ ਮਨੁੱਖੀ ਜਾਤੀ ਦੀ ਹਰ ਪ੍ਰਕਾਰ ਦੇ ਪਾਪ ਅਨਿਆਏ ਤੋਂ ਰੱਖਿਆ ਕਰਨ ਹਿਤ ਅਤੇ ਮਲੇਛ ਸ਼ਕਤੀਆਂ ਦਾ ਪ੍ਰਚਾਰ ਕਰਨ ਹਿਤ ਆਪਣੇ ਧਰਮ ਦਾ ਗਿਆਨ ਉਪਦੇਸ਼ ਦਿੱਤਾ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ ਚੌਥਾ ਅਧਿਆਇ ਮਾਰਟਨ ਲੂਥਰ ਤੇ ਗੁਰੂ ਨਾਨਕ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ, ਜਲਦੀ ਹੀ ਲੈ ਕੇ ਆਵਾਂਗੇ ਇਸੇ ਕਿਤਾਬ ਦਾ 5ਵਾਂ ਅਧਿਆਇ, ਜਿਸ ਦਾ ਨਾਮ ਹੈ ਯਾਸਾ ਤੇ ਗੁਰੂ ਅਰਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।